गुर की जिसनों मत आवे सो सतगुर माहे समाना। एह बाणी जो जियों जाने तिस अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै परतख गुरु निस्तारे। बाणी बिरलो विचारसी जे को गुरमुख होए। एह बाणी महापुरख की निज कर वासा होए। मांझ महला तीजा मेरा प्रभ निर्मल अगम अपार। बिन तकड़ी तोल संसार। गुरमुख होवै सोई बूझै। गुण कह गुणी समावणिया। हाँ वारी जियो वारी हर का नाम मन वसावणिया। जो सच लागे से अन दिन जागे। दर सच शोभा पावणिया। रहाओ आप सुने त आपे वेख। जिसनु नदर करे सोई जन लेख। आपे लाए लए सो लागे। गुरमुख सच कमावणिया। जिस आप भुलाए सो किथे हाथ पाए। पूरब लिखिया सो मिटना ना जाए। जिन सतगुर मिलिया से वड भागी।
ਪੂਰੇ ਕਰਮ ਮਿਲਾਵਣਿਆ ਪਈੜੈ ਧਨ ਅਨ ਦਿਨ ਸੁਤੀ ਕੰਤ ਵਿਸਾਰੀ ਅਵਗਣ ਮੁਤੀ ਅਨ ਦਿਨ ਸਦਾ ਫਿਰੈ ਬਿਲ ਲਾਂਦੀ ਬਿਨ ਪਿਰ ਨੀਂਦ ਨ ਪਾਵਣਿਆ ਪਈੜੈ ਸੁਖ ਦਾਤਾ ਜਾਤਾ ਹਾਂ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ ਰਾਵੈ ਸਚ ਸ਼ਿੰਗਾਰ ਬਣਾਵਣਿਆ ਲਖ 84 ਜੀ ਉਪਾਏ ਜਿਸਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਬਿਖ ਕਾਟ ਸਦਾ ਜਨ ਨਿਰਮਲ ਦਰ ਸਚੈ ਨਾਮ ਸੁਹਾਵਣਿਆ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੂਵੈ ਤੀਐ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੈ ਵਡਿਆਈ ਆਪੇ ਮੇਲ ਮਿਲਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਮਾਝ ਰਾਗ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ 110 111 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਭਾਈ ਗੁਰਮੀਤ ਸਿੰਘ ਜੀ USA ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਹੋਲੇ ਮਹੱਲੇ ਦਾ ਪੁਰਬ ਪਰਸੋਂ 8 ਤਰੀਕ ਨੂੰ ਗੁਰਦੁਆਰਾ ਦਮਦਮਾ ਸਾਹਿਬ ਜੋ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸਥਾਨ ਹੈ। ਇਹ ਗੁਰਦੁਆਰਾ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਦੇ ਬਿਲਕੁਲ ਸਾਹਮਣੇ ਹੈ। ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਵਿਸ਼ੇਸ਼ ਸਮਾਗਮ ਹੋਣਗੇ। ਆਪ ਜੀ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ।
ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪਣੇ ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਕੋਂ। ਤੂੰ ਠਾਕੁਰ ਊਚ ਭਗਵਾਨਾ, ਕਨ ਹਰ ਬੂੰਦ ਬਸੁਰ ਮਾਵਲ। ਕੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ। ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ। ਕਬ ਜਨ ਭਲ ਉਨਹਿ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋ ਹੈ ਬਣ ਆਵੈ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋ ਹੈ ਬਣ ਆਵੈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ 8ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਸ ਅਸਥਾਨ 'ਤੇ ਆਪ ਜੀ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਪਾਠ, ਗੁਰਬਾਣੀ ਕੀਰਤਨ ਸਰਵਣ ਕੀਤੇ ਹਨ। ਚੱਲ ਰਹੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸ਼ਬਦ ਮਾਝ ਰਾਗ ਦੇ ਅੰਦਰ ਅਸ਼ਟਪਦੀਆਂ ਦੇ ਸਰਲੇਖ ਹੇਠ ਜੋ ਵਿਚਾਰ ਚੱਲ ਰਹੀ ਹੈ, ਜਿਸ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਸਿੰਘ ਸਾਹਿਬਾਨ ਗਿਆਨੀ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਉਹਨਾਂ ਦੀ ਰਸਨਾ ਤੋਂ ਆਪ ਜੀਆਂ ਨੇ ਸ਼ਬਦ ਸਰਵਣ ਕੀਤਾ ਹੈ। ਸਤਿਗੁਰੂ ਜਿਵੇਂ ਸਮਤ ਬਖਸ਼ਿਸ਼ ਕਰਨਗੇ, ਪਾਵਨ ਸ਼ਬਦ ਦੀ ਵਿਚਾਰ ਸਮੇਂ 'ਚ ਰਹਿ ਕੇ ਆਪਾਂ ਸੰਪੂਰਨ ਕਰਨ ਦਾ ਯਤਨ ਕਰਾਂਗੇ। ਕਰੋ ਕਿਰਪਾ ਸਾਰੇ ਮਾਈ ਭਾਈ, ਆਪ ਜੀ ਇਸ ਅਸਥਾਨ 'ਤੇ ਅਤੇ ਦੇਸ਼ ਵਿਦੇਸ਼ ਦੇ ਅੰਦਰ ਜਿੱਥੇ ਵੀ ਸਿੱਖ ਸੰਗਤਾਂ ਸ਼ਬਦ ਵਿਚਾਰ ਸਰਵਣ ਕਰ ਰਹੀਆਂ ਨੇ, ਆਓ ਅਸੀਸ ਬਖਸ਼ੋ, ਪਿਆਰ ਸਹਿਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਸੰਗਤ ਨੂੰ ਬੈਠਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਅੰਦਰ ਤੇ ਕੁਝ ਪ੍ਰਮਾਣ ਦੇ ਕੇ ਬੜੀ ਸੋਹਣੀ ਵਿਆਖਿਆ ਕੀਤੀ ਹੈ ਕਿ ਜਦੋਂ ਸੰਗਤ ਗੁਰੂ ਚਰਨਾਂ 'ਚ ਬੈਠਦੀ ਹੈ ਤੇ ਉਹਦਾ ਕਾਰਨ ਕੀ ਹੈ, ਕਿਉਂ ਬੈਠਦੇ ਨੇ ਸਿੱਖ ਮਹਾਰਾਜ ਜੀ ਦੇ ਕੋਲ ਗੁਰੂ ਦੀ ਹਜ਼ੂਰੀ ਅੰਦਰ। ਤੇ ਭਾਈ ਸਾਹਿਬ ਨੇ ਪਹਿਲਾ ਪ੍ਰਮਾਣ ਦਿੱਤਾ, ਕਹਿਣ ਲੱਗੇ ਜਿਵੇਂ ਮਾਨ ਸਰੋਵਰ 'ਤੇ ਜਾ ਕੇ
ਹੰਸ ਹੀਰੇ ਤੇ ਮੋਤੀ ਚੁੱਕਦੇ ਨੇ ਉਹਨਾਂ ਦੀ, ਕਿਉਂਕਿ ਉੱਥੇ ਖੁਰਾਕ ਹੈ। ਦੂਸਰੀ ਉਦਾਹਰਨ ਭਾਈ ਸਾਹਿਬ ਦਿੰਦੇ ਨੇ, ਜਿਵੇਂ ਜੀਵ ਮਿਲ ਕੇ ਪਾਕਸ਼ਾਲ ਰਸੋਈ ਉਹਦੇ 'ਚ ਮਿਲ ਬੈਠ ਕੇ ਪ੍ਰਸ਼ਾਦਾ ਛਕ ਕੇ ਤ੍ਰਿਪਤ ਹੁੰਦੇ ਨੇ। ਤੀਸਰੀ ਉਦਾਹਰਨ ਭਾਈ ਗੁਰਦਾਸ ਜੀ ਦਿੰਦੇ ਨੇ, ਜਿਵੇਂ ਪੰਛੀ ਸੰਘਣੇ ਦਰਖਤਾਂ ਤੇ ਬੈਠ ਕੇ ਉਹਦੀ ਛਾਂ ਮਾਣਦੇ ਨੇ ਤੇ ਫਲ ਛਕ ਕੇ ਤ੍ਰਿਪਤ ਹੁੰਦੇ ਨੇ, ਇਵੇਂ ਗੁਰੂ ਕੇ ਸਿੱਖ ਗੁਰੂ ਦੀ ਗੋਦ ਵਿੱਚ ਬੈਠ ਕੇ ਨਾਮ ਦਾ ਰਸ, ਗੁਰੂ ਦੇ ਕੋਲੋਂ ਅੰਮ੍ਰਿਤ ਦੀ ਦਾਤ ਨਾਮ ਦਾ ਰਸ ਲੈ ਕੇ ਤ੍ਰਿਪਤ ਹੁੰਦੇ ਨੇ। ਭਾਈ ਸਾਹਿਬ ਜੀ ਦੇ ਬੋਲ ਨੇ, ਜੈਸੇ ਤੋ ਮੁਰਾਲ ਮਾਲ ਬੈਠਤ ਹੈ ਮਾਨਸਾਰ ਮੁਕਤਾ ਅਮੋਲ ਖਾਏ ਖਾਏ ਬਿਗਸਾਤ ਹੈ, ਜੈਸੇ ਤੋ ਸੁਜਨ ਮਿਲ ਬੈਠਤ ਹੈ ਪਾਕਸ਼ਾਲ ਅਨਕ ਪ੍ਰਕਾਰ ਬਿੰਜਨਾਦ ਰਸ ਖਾਤ ਹੈ, ਜੈਸੇ ਧਰਮਸ਼ਾਇਆ ਮਿਲ ਬੈਠਤ ਹੈ ਅਨੇਕ ਪੰਛੀ ਖਾਏ ਫਲ ਮਦਰ ਬਚਨ ਕੇ ਸੁਹਾਤ ਹੈ। ਤਿੰਨ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਜੀ ਕਹਿੰਦੇ, ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸ਼ਾਲ। ਧਰਮਸ਼ਾਲ ਗੁਰਦੁਆਰਾ, ਗੁਰੂ ਦੀ ਹਜ਼ੂਰੀ, ਗੁਰੂ ਦੇ ਚਰਨਾਂ 'ਚ ਬੈਠ ਕੇ ਕੀ ਕਰਦਾ ਗੁਰੂ ਕਾ ਸਿੱਖ, ਤੈਸੇ ਗੁਰ ਸਿੱਖ ਮਿਲ ਬੈਠਤ ਹੈ ਧਰਮਸ਼ਾਲ ਸਹਿਜ ਸ਼ਬਦ ਰਸ ਅੰਮ੍ਰਿਤ ਆਘਾਤ ਹੈ। ਭਾਈ ਸਾਹਿਬ ਕਹਿੰਦੇ ਉੱਥੇ ਨਾਮ ਦਾ ਰਸ, ਅੰਮ੍ਰਿਤ ਦਾ ਰਸ ਛਕ ਕੇ ਤ੍ਰਿਪਤ ਹੁੰਦੇ ਨੇ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜੋ ਪਾਵਨ ਸ਼ਬਦ ਅੰਦਰ ਬਖਸ਼ਿਸ਼ ਕੀਤੀ ਸਾਧ ਸੰਗਤ, ਆਓ ਪਹਿਲਾਂ ਅਸੀਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀਆਂ ਰਹਾਉ ਵਾਲੀਆਂ ਤੁਕਾਂ, ਜਿਨ੍ਹਾਂ ਵਿੱਚ ਸ਼ਬਦ ਦਾ ਸਮੁੱਚਾ ਭਾਵ, ਮੁੱਖ ਭਾਵ, ਕੇਂਦਰੀ ਭਾਵ ਹੁੰਦਾ, ਕਿਉਂਕਿ ਰੋਜ਼ਾਨਾ ਆਪ ਜੀ ਮਹਾਨ ਗੁਰਸਿੱਖਾਂ ਦੇ ਪਾਸੋਂ, ਵਿਦਵਾਨਾਂ ਪਾਸੋਂ ਸ਼ਬਦ ਸਰਵਣ ਕਰਦੇ ਹੋ ਅਤੇ ਆਪ ਜੀ ਨੂੰ ਵਿਦਵਾਨ ਜਨ ਇਹ ਸਰਵਣ ਕਰਵਾਉਂਦੇ ਨੇ ਕਿ ਜੋ ਸ਼ਬਦ ਦਾ ਮੁੱਖ ਭਾਵ ਹੁੰਦਾ ਹੈ ਉਹ ਰਹਾਉ ਵਾਲੀਆਂ ਤੁਕਾਂ ਵਿੱਚ ਜੋ ਕੇਂਦਰੀ ਭਾਵ, ਅਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਅੱਜ ਦੇ ਪਾਵਨ ਸ਼ਬਦ ਦੀਆਂ ਰਹਾਉ ਵਾਲੀਆਂ ਜੋ ਤੁਕਾਂ ਨੇ, ਸਭ ਨੇ ਬਖਸ਼ਿਸ਼ ਕੀਤੀ। ਹਉ ਵਾਰੀ ਜੀਓ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ, ਜੋ ਸੱਚ ਲਾਗੈ ਸੇ ਅਨ ਦਿਨ ਜਾਗੈ ਦਰ ਸੱਚੈ ਸ਼ੋਭਾ ਪਾਵਣਿਆ। ਅੱਖਰੀ ਅਰਥ ਇਹਦੇ ਇਹ ਹੋ ਗਏ, ਹਉ ਦਾ ਅਰਥ ਹੋ ਗਿਆ ਮੈਂ। ਅਸੀਂ ਹੁਣੇ ਆਸਾਂ ਦੀ ਵਾਰ ਦਾ ਪਾਠ ਸਰਵਣ ਕੀਤਾ ਕੀਰਤਨ, ਉਹਦੇ ਵਿੱਚ ਜਿਹੜਾ ਹਉ ਸ਼ਬਦ ਆਇਆ ਉਹਦਾ ਅਰਥ ਮੈਂ ਨਹੀਂ, ਉਹਦਾ ਅਰਥ ਹਉਮੈ ਹੈ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਉਹਦੇ ਅਰਥ ਹੋ ਗਏ ਹਉਮੈ। ਇੱਥੇ ਅਰਥ ਹਉਮੈ ਨਹੀਂ ਹਨ। ਇੱਥੇ ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ਕਿੰਨਾਂ ਦੇ ਕੋਲੋਂ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਮਨ ਵਿੱਚ ਵਸਾ ਲਿਆ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ, ਉਹਨਾਂ ਤੋਂ ਕੁਰਬਾਨ ਬਲਿਹਾਰ ਸਦਕੇ ਜਾਈਏ। ਤੇ ਮਹਾਰਾਜ ਕਹਿੰਦੇ ਉਹ ਅੰਨ ਦਿਨ ਦਾ ਮਤਲਬ ਹੋ ਗਿਆ ਦਿਨ ਰਾਤ ਜਾਗੇ ਦਾ ਅਰਥ ਹੋ ਗਿਆ ਆਤਮਿਕ ਤੌਰ 'ਤੇ। ਆਤਮਿਕ ਤੌਰ 'ਤੇ ਇੰਨਾ ਸੁਚੇਤ ਰਹਿੰਦੇ ਨੇ ਕਿ ਕਿਸੇ ਵਿਕਾਰ ਨੂੰ ਆਪਣੇ ਮਨ ਉੱਤੇ ਪ੍ਰਭਾਵ ਨਹੀਂ ਪਾਉਣ ਦਿੰਦੇ। ਮਹਾਰਾਜ ਕਹਿੰਦੇ ਨੇ ਕਿ ਉਹਨਾਂ ਤੋਂ ਕੁਰਬਾਨ ਜਾਵਾਂ ਜਿਹੜੇ ਪਰਮਾਤਮਾ ਦੇ ਨਾਮ ਨੂੰ ਮਨ ਵਿੱਚ ਜਿਨ੍ਹਾਂ ਨੇ ਵਸਾਇਆ, ਪ੍ਰਭੂ ਦੇ ਦਰ ਦੇ ਉੱਤੇ ਉਹ ਸ਼ੋਭਾ ਪਾਉਂਦੇ ਨੇ, ਪਰਮਾਤਮਾ ਦੇ ਦਰ 'ਤੇ ਵਡਿਆਈ ਪਾਉਂਦੇ ਨੇ। ਤੇ ਮਹਾਰਾਜ ਕਹਿੰਦੇ ਉਹ ਅਨ ਦਿਨ ਸਦਾ ਸੁਚੇਤ ਰਹਿੰਦੇ ਹਨ। ਇਹ ਨੇ ਰਹਾਉ ਵਾਲੀਆਂ ਤੁਕਾਂ ਜਿਨ੍ਹਾਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ। ਤੇ ਹੁਣ ਅਸੀਂ ਇਸ ਦੀ ਵਿਆਖਿਆ ਕਰਨੀ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਗੁਰਮੁਖੋਂ ਪੜ੍ਹਾਂਗੇ ਤੇ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਨਹੀਂ ਹਜ਼ਾਰਾਂ ਪ੍ਰਮਾਣ ਤੇ ਉਦਾਹਰਨਾਂ ਦੇ ਕੇ ਕਿਹਾ, ਭਾਈ ਮਨੁੱਖਾ ਜੀਵਨ ਦਾ ਮਨੋਰਥ ਹੀ ਪਰਮਾਤਮਾ ਦਾ ਨਾਮ ਹੈ। ਇੱਕ ਸ਼ਬਦ ਦਾ ਸਾਧ ਸੰਗਤ ਜੀ ਸਭ ਨੂੰ ਯਾਦ, ਕਿਉਂਕਿ ਉਹ ਸੋਦਰ ਦੀ ਬਾਣੀ ਵਿੱਚ ਹੈ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹਦਾ ਮਤਲਬ ਨਾਮ ਦੀ ਵਡਿਆਈ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਅਧੂਰਾ, ਕਿਉਂਕਿ ਮਨੁੱਖਾ ਜੀਵਨ ਦਾ ਮਨੋਰਥ ਹੀ ਪਰਮਾਤਮਾ ਦਾ ਨਾਮ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੱਕਦੇ ਹਾਂ ਤੇ ਮਹਾਰਾਜ ਨੇ ਇਸ ਦਾਤ ਨੂੰ ਮੰਗਿਆ ਵੀ ਹੈ ਔਰ ਸਾਡੇ ਵਾਸਤੇ ਅਰਦਾਸ ਬੇਨਤੀ ਕੀਤੀ ਹੈ। ਗੁਰੂ ਤਾਂ ਪਰਮੇਸ਼ਰ ਦਾ ਰੂਪ ਹੈ, ਪਰ ਮਹਾਰਾਜ ਜਦੋਂ ਮੰਗਦੇ ਨੇ ਦਾਤ ਉਦੋਂ ਕਹਿੰਦੇ ਵਿਸਰ ਨਾਹੀ ਦਾਤਾਰ। ਉਦੋਂ ਕੀ ਕਹਿੰਦੇ ਮਹਾਰਾਜ? ਆਪਣਾ ਨਾਮ ਦੇਹੁ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੁ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਬਦ ਤੇ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦਿਓ ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ। ਮਹਾਰਾਜ ਕਹਿੰਦੇ ਪਰਮਾਤਮਾ ਮੈਂ ਤੇਰੇ ਨਾਮ ਨੂੰ ਮੰਗਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ। ਤੇ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਦੇਖਾਂਗੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੀ ਬਖਸ਼ਿਸ਼ ਕੀਤੀ। ਮਹਾਰਾਜ ਕਹਿੰਦੇ ਕਈ ਵਾਰ ਜੀਵ ਪੁੱਛਦਾ ਹੈ ਕਿ ਇਹਨਾਂ ਨਾਮ ਦੀ ਚਰਚਾ,
ਇੰਨੀ ਨਾਮ ਦੀ ਵਡਿਆਈ। ਜਿੱਥੇ ਜਾਓ ਕਹਿੰਦੇ ਨਾਮ ਜਪੋ ਜੀ, ਪਰਮੇਸ਼ਰ ਦੇ ਨਾਮ ਨਾਲ ਜੁੜੋ ਜੀ। ਇਹ ਨਾਮ ਅਸਲ 'ਚ ਕਰਦਾ ਕੀ ਹੈ? ਨਾਮ ਨਾਲ ਸਾਡੇ ਜ਼ਿੰਦਗੀ ਨੂੰ ਲਾਭ ਕੀ ਹੁੰਦਾ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਆ ਪਿਆਰਿਆ, ਮੈਂ ਤੈਨੂੰ ਸੌਖੀਆਂ ਸੌਖੀਆਂ ਉਦਾਹਰਨਾਂ ਦੇ ਕੇ ਸਮਝਾਉਣਾ ਹੈ ਕਿ ਪਰਮੇਸ਼ਰ ਦਾ ਨਾਮ ਕਿਵੇਂ ਤੇਰੇ ਵਾਸਤੇ ਸਹਾਈ ਹੋਏਗਾ, ਪਰਮੇਸ਼ਰ ਦਾ ਨਾਮ ਕਿਵੇਂ ਤੇਰੀ ਜ਼ਿੰਦਗੀ ਦਾ ਆਸਰਾ ਬਣੇਗਾ। ਉੱਥੇ ਮਹਾਰਾਜ ਨੇ ਇੱਕ ਸ਼ਬਦ ਵਿੱਚ 12 ਉਦਾਹਰਨਾਂ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਇਸ ਤਰ੍ਹਾਂ ਪਰਮਾਤਮਾ ਦਾ ਨਾਮ ਤੇਰੀ ਸਹਾਇਤਾ ਕਰੇਗਾ। ਉਹ ਸ਼ਬਦ ਹੈ, ਐਸੋ ਸਹਾਈ ਹਰਿ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਮਹਾਰਾਜ ਕਹਿੰਦੇ ਐਸੋ ਦਾ ਮਤਲਬ ਹੋ ਗਿਆ ਇਸ ਤਰ੍ਹਾਂ, ਤੇ ਇਸ ਤਰ੍ਹਾਂ ਦਾ ਮਤਲਬ ਹੋ ਗਿਆ ਅੱਗੇ ਜੋ ਕਿਹਾ ਜਾ ਰਿਹਾ ਉਹਨੂੰ ਵੇ ਦੇਖ ਗੁਰਮੁਖਾ ਕਿ ਤੇਰੀ ਜ਼ਿੰਦਗੀ 'ਚ ਪਰਮਾਤਮਾ ਦਾ ਨਾਮ ਕਿਵੇਂ ਸਹਾਈ ਹੋਏਗਾ। ਮਹਾਰਾਜ ਕਹਿੰਦੇ ਬੂਢਤ ਕੋ ਜੈਸੇ ਬੇੜੀ ਮਿਲਤ, ਜਿਵੇਂ ਡੁੱਬਦੇ ਹੋਏ ਨੂੰ ਬੇੜੀ ਦਾ ਸਹਾਰਾ ਮਿਲ ਜਾਂਦਾ। ਕਿਉਂਕਿ ਪ੍ਰਕਰਨ ਚੱਲ ਰਿਹਾ, ਪਰਮੇਸ਼ਰ ਦਾ ਨਾਮ ਜਿਨ੍ਹਾਂ ਮਨ ਵਿੱਚ ਵਸਾ ਲਿਆ, ਜਿਹੜੇ ਅਣ ਦਿਨ ਸੁਚੇਤ ਰਹਿੰਦੇ, ਵਿਕਾਰਾਂ ਦਾ ਪ੍ਰਭਾਵ ਕੋਈ ਨਹੀਂ ਪੈਂਦਾ, ਉਹ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੇ। ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਇਹ ਪ੍ਰਕਰਨ ਚੱਲ ਰਿਹਾ ਅੱਜ ਦੇ ਸ਼ਬਦ ਦਾ। ਮਹਾਰਾਜ ਕਹਿ ਰਹੇ ਨੇ ਕਿ ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਰ ਦੀਪਕ ਮਿਲਤ ਤਿਲਤ, ਜਲਤ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁਖੈ ਖੀਰ। ਇਹ 4 ਉਦਾਹਰਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਪਹਿਲੇ ਬੰਦ ਵਿੱਚ ਦੇ ਕੇ ਕਹਿੰਦੇ, ਗੁਰਮੁਖਾ ਵੇਖ, ਜਿਵੇਂ ਡੁੱਬਦੇ ਹੋਏ ਨੂੰ ਬੇੜੀ ਦਾ ਸਹਾਰਾ ਮਿਲ ਜਾਏ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇਹ ਜੀਵ ਦੇਖ ਕਿ ਡੁੱਬਦੇ ਨੂੰ ਬੇੜੀ ਦਾ ਸਹਾਰਾ ਮਿਲਦਾ ਹੈ, ਬੁਝਦੇ ਹੋਏ ਦੀਵੇ ਨੂੰ ਤੇਲ ਮਿਲ ਜਾਂਦਾ ਹੈ, ਜਿਵੇਂ ਸੜਦੇ ਹੋਏ ਨੂੰ ਪਾਣੀ ਮਿਲ ਜਾਏ ਤੇ ਜਿਵੇਂ ਬੱਚੇ ਨੂੰ ਦੁੱਧ ਮਿਲ ਜਾਏ, ਇਸ ਤਰ੍ਹਾਂ ਪਰਮਾਤਮਾ ਦਾ ਨਾਮ ਤੇਰੀ ਸਹਾਇਤਾ ਕਰੇਗਾ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ, ਜੈਸੇ ਕਿਰਖੈ ਬਰਸ ਮੇਘ, ਜੈਸੇ ਪਾਲਣ ਸ਼ਰਨ ਸਿੰਘ। ਮਹਾਰਾਜ ਕਹਿੰਦੇ ਵੇਖ ਗੁਰਮੁਖਾ, ਗੁਰੂ ਅਰਜਨ ਦੇਵ ਮਹਾਰਾਜ ਕਿੰਨੀਆਂ ਸਰਲ ਤੇ ਸੌਖੀਆਂ ਉਦਾਹਰਨਾਂ ਦੇ ਕੇ ਕਹਿੰਦੇ ਜਿਵੇਂ ਮੈਦਾਨੇ ਜੰਗ ਵਿੱਚ ਸਗਾ ਭਰਾ ਉਹਦਾ ਸਹਾਈ ਆ ਕੇ ਬਣ ਜਾਂਦਾ ਹੈ। ਮਹਾਰਾਜ ਕਹਿੰਦੇ ਜੈਸੇ ਰਣ ਮੈਂ ਸਖਾ ਭਰਾਤ, ਜੈਸੇ ਭੂਖੇ ਭੋਜਨ ਮਾਤ, ਜਿਵੇਂ ਭੁੱਖੇ ਬੰਦੇ ਨੂੰ ਭੋਜਨ ਮਿਲ ਜਾਏ। ਤੇ ਮਹਾਰਾਜ ਕਹਿੰਦੇ ਜਿਵੇਂ ਕਿਰਖ ਜਿਹੜਾ ਹੈ, ਕਿਰਖੇ ਤੋਂ ਭਾਵ ਹੋ ਗਿਆ ਖੇਤੀ, ਜ਼ਮੀਨ ਹੋ ਗਿਆ। ਮਹਾਰਾਜ ਕਹਿੰਦੇ ਜਿਵੇਂ ਮੀਂਹ ਪਏ ਤੇ ਉਹ ਖੇਤੀ ਨੂੰ ਜਿਵੇਂ ਆਸਰਾ ਸਹਾਰਾ ਮਿਲ ਜਾਂਦਾ ਹੈ, ਤੇ ਜਿਵੇਂ ਕੋਈ ਸ਼ੇਰ ਦੀ ਸ਼ਰਨ ਵਿੱਚ ਚਲਿਆ ਜਾਏ ਤੇ ਸਾਰੇ ਡਰ ਖਤਮ ਹੋ ਜਾਂਦੇ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦਾ ਨਾਮ ਸਹਾਈ ਹੁੰਦਾ ਹੈ। ਗਰੜ ਮੁਖ ਨਹੀਂ ਸਰਪ ਤਰਾ, ਸੂਆ ਪਿੰਜਰ ਨਹੀਂ ਖਾਏ ਬਿਲਾਸ, ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। 4 ਉਦਾਹਰਨਾਂ ਫਿਰ ਮਹਾਰਾਜ ਨੇ ਦਿੱਤੀਆਂ। ਮਹਾਰਾਜ ਕਹਿੰਦੇ ਜਿਵੇਂ ਗੜ ਮੰਤਰ ਕਿਸੇ ਕੋਲੇ ਹੋਵੇ ਤੇ ਸੱਪ ਦਾ ਉਸ ਨੂੰ ਭੈ ਡਰ ਕੋਈ ਨਹੀਂ ਰਹਿੰਦਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਵੇਂ ਪਿੰਜਰੇ ਵਿੱਚ ਪਏ ਹੋਏ ਤੋਤੇ ਨੂੰ ਡਰ ਕੋਈ ਨਹੀਂ, ਖਾ ਨਹੀਂ ਸਕਦਾ ਬਿੱਲਾ ਉਸ ਨੂੰ। ਮਹਾਰਾਜ ਕਹਿੰਦੇ ਜਿਵੇਂ ਕੂੰਜ ਆਪਣੇ ਚੇਤੇ ਵਿੱਚ ਆਪਣੇ ਆਂਡੇ ਬੱਚਿਆਂ ਦੀ ਸੰਭਾਲ ਕਰਦੀ ਹੈ, ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਕਿੱਲੀ ਦੇ ਨਾਲ, ਆਪ ਜੀ ਜਾਣਦੇ ਹੋ ਚੱਕੀ ਦੇ ਨਾਲ ਜਦੋਂ ਆਟਾ ਪੀਸਿਆ ਜਾਂਦਾ, ਉਸ ਪੁੜਾਂ ਦੇ ਨਾਲ ਕਿੱਲੀ ਨਾਲ ਬਚੇ ਹੋਏ ਦਾਣੇ ਜਿਵੇਂ ਵੱਜ ਜਾਂਦੇ, ਮਹਾਰਾਜ ਕਹਿੰਦੇ ਜਿਵੇਂ ਕਿੱਲੀ ਦਾ ਆਸਰਾ ਮਿਲ ਜਾਏ ਉਹਨਾਂ ਦਾਣਿਆਂ ਨੂੰ ਤੇ ਬਚਾਅ ਹੋ ਜਾਂਦਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਇਹ ਨਾ ਸਮਝ ਲਿਓ ਵੀ ਬਸ ਇੰਨੀਆਂ ਕੀ ਉਦਾਹਰਨਾਂ ਬਹੁਤ ਨੇ। ਮਹਾਰਾਜ ਕਹਿੰਦੇ ਨਹੀਂ, ਉਹਦੀ ਉਪਮਾ ਤੇ ਬੇਅੰਤ ਹੈ, ਅਸੀਂ ਤਾਂ ਬਹੁਤ ਥੋੜੀ ਕਹੀ ਹੈ, ਬਹੁਤ ਉਪਮਾ ਥੋੜ ਕਹੀ। ਮਹਾਰਾਜ ਕਹਿੰਦੇ ਉਪਮਾ ਤੇ ਬੇਅੰਤ ਹੈ, ਪਰ ਅਸੀਂ ਬਹੁਤ ਥੋੜੀਆਂ ਜਿਹੀਆਂ ਤੁਹਾਨੂੰ ਉਦਾਹਰਨਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਜੇ ਅਸੀਂ ਹੋਰ ਤੱਕਦੇ ਹਾਂ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਵੀ ਕਹਿੰਦੇ ਮੈਂ ਕੁਰਬਾਨ ਜਾਵਾਂ, ਮੈਂ ਸਦਕੇ ਜਾਵਾਂ ਉਹਨਾਂ ਤੋਂ ਜਿਹੜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਹੈ, ਸੁਣਦੇ ਹੈ, ਜੁੜ ਜਾਂਦੇ ਹੈ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ, ਹਉ ਸਦ ਕੁਰਬਾਨੇ ਜਾਉ। ਇਹਦਾ ਮਤਲਬ ਹੋ ਗਿਆ ਕਿ ਸਤਿਗੁਰੂ ਮਹਾਰਾਜ ਜੀ ਕਹਿੰਦੇ ਮੈਂ ਬਲਿਹਾਰ ਕੁਰਬਾਨ ਤੇ ਸਦਕੇ ਜਾਨਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੈ। ਅਸੀਂ ਆਨੰਦ ਸਾਹਿਬ ਦੀਆਂ ਜਦੋਂ 5 ਪੌੜੀਆਂ ਦਾ ਗੁਰਮੁਖੋਂ ਪਾਠ ਸਰਵਣ ਕਰਦੇ ਹਾਂ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਜੇ ਕਿਸੇ ਜੀਵ ਨੇ ਆਪਣੀਆਂ ਸਾਰੀਆਂ ਭੁੱਖਾਂ ਮਿਟਾਉਣੀਆਂ ਨੇ, ਜੇ ਕਿਸੇ ਜੀਵ ਨੇ ਸਦਾ ਲਈ ਤ੍ਰਿਪਤ ਹੋਣਾ ਹੈ ਤੇ ਮਨ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਨੀਆਂ ਨੇ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਨਾਮ ਤੋਂ ਬਿਨਾਂ ਨਹੀਂ ਹੋ ਸਕਦੀਆਂ। ਬਚਨ ਹੈ ਸਤਿਗੁਰੂ ਜੀ ਦਾ, ਸਾਚਾ ਨਾਮ ਮੇਰਾ ਆਧਾਰੋ। ਆਧਾਰ ਦਾ ਅਰਥ ਵੀ ਆਸਰਾ ਹੀ ਹੈ। ਮਹਾਰਾਜ ਕਹਿੰਦੇ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਤੇ ਮਹਾਰਾਜ ਆਤਮਕ ਆਨੰਦ ਕਿਵੇਂ ਮਿਲੇਗਾ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਇਹਦਾ ਮਤਲਬ ਹੋ ਗਿਆ ਨਾਮ ਰਾਹੀਂ ਮਨ ਦੀ ਤ੍ਰਿਪਤੀ, ਇਛਾਵਾਂ
ਤੇ ਮਨ ਦਾ ਆਸਰਾ ਜਦੋਂ ਇਹ ਨਾਮ ਬਣ ਜਾਏ ਤੇ ਮਹਾਰਾਜ ਕਹਿੰਦੇ ਕਿਹੜੀ ਜੀਵ ਨੂੰ ਘਾਟ ਕਿਸੇ ਗੱਲ ਦੀ ਰਹਿ ਜਾਏਗੀ। ਮੈਂ ਬੇਨਤੀ ਕਰ ਰਿਹਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰਮੁਖੋ ਇੱਕ ਨਹੀਂ ਜਿੰਨੀਆਂ ਮਰਜ਼ੀ ਉਦਾਹਰਨਾਂ ਲੈ ਲਈਏ ਕਿ ਮਹਾਰਾਜ ਬਾਰ-ਬਾਰ ਨਾਮ ਦੀ ਚਰਚਾ ਕਰਦੇ, ਬਾਰ-ਬਾਰ ਨਾਮ ਦੀ ਗੱਲ ਕਰਨਗੇ ਕਿ ਜੀਵ ਨਾਮ ਤੋਂ ਬਿਨਾਂ ਤੇਰਾ ਭਲਾ ਨਹੀਂ ਹੋ ਸਕਦਾ, ਤੇਰਾ ਨਾਮ ਹੀ ਆਸਰਾ ਹੈ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਤੱਕੀਏ ਕਿ ਮਹਾਰਾਜ ਇਹ ਨਾਮ ਸਾਡੀ ਹੋਰ ਕੀ ਸਹਾਇਤਾ ਕਰੇਗਾ, ਇਸ ਨਾਮ ਨਾਲ ਸਾਨੂੰ ਹੋਰ ਕੀ ਲਾਭ ਹੋਏਗਾ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਗੁਰਮੁਖੋ ਮਹਾਰਾਜ ਕਹਿੰਦੇ ਜੇ ਪਰਮਾਤਮਾ ਦੇ ਨਾਮ ਦੀ ਤੁਸੀਂ ਵਡਿਆਈ ਉਪਮਾ ਦੀ ਗੱਲ ਕਰਦੇ ਹੋ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਾਮ ਦੀ ਜਿੰਨੀ ਵਿਆਖਿਆ ਕਰੀਏ ਥੋੜੀ ਹੈ, ਪਰ ਫਿਰ ਵੀ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆਓ ਦੱਸੀਏ ਪਰਮੇਸ਼ਰ ਦੇ ਨਾਮ ਨਾਲ ਜੀਵ ਦੀ ਕੀ ਰਹਿਮਤ ਵਰਤ ਜਾਂਦੀ ਹੈ। ਮਹਾਰਾਜ ਦੇ ਬਚਨ ਨੇ ਸਤਿਗੁਰੂ ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ, ਇਹ ਵੀ ਨਾਮ ਦੀ ਵਿਆਖਿਆ, ਪਰ ਕਰਨ ਆਪਣਾ ਨਾਮ ਦੀ ਵਡਿਆਈ ਸ਼ੋਭਾ। ਤੇ ਸਾਰੇ ਸ਼ਬਦ ਬਾਕੀ ਨੇ ਉਹਦੀ ਵਿਆਖਿਆ ਕਰਨੀ ਜੋ ਅਸ਼ਟਪਦੀ ਹੈ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਹੇ ਗੁਰਮੁਖੋ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੂਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਹੁਣ ਇਸ ਵਿੱਚ ਵੇਖੋ ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ, ਅਤ ਦੀ ਮੁਸ਼ਕਲ ਵਿੱਚ ਮੰਨ ਲਓ ਕੋਈ ਘੇਰਿਆ ਗਿਆ ਹੈ ਤੇ ਮਹਾਰਾਜ ਕਹਿੰਦੇ ਸਹਾਈ ਕੌਣ। ਵੈਸੇ ਸੱਚ ਜਾਣਿਓ ਜਦੋਂ ਬੰਦਾ ਦੁੱਖ ਵਿੱਚ ਮੁਸੀਬਤ ਵਿੱਚ ਹੋਵੇ ਉਦੋਂ ਰੱਬ ਦਾ ਨਾਮ ਹੀ ਬੜਾ ਚੇਤੇ ਆਉਂਦਾ ਜੇ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਜੇ ਉਸ ਵੇਲੇ ਮਨੁੱਖ ਨੂੰ ਇਸ ਢੰਗ ਨਾਲ ਰੱਬ ਦਾ ਨਾਮ ਚੇਤੇ ਆ ਜਾਏ ਤੇ ਦੁੱਖ ਦਾਰੂ ਦੀ ਤਰ੍ਹਾਂ ਦਵਾ ਬਣ ਜਾਂਦਾ। ਦੁੱਖ ਦਾਰੂ ਸੁੱਖ ਰੋਗ ਭਇਆ ਮਹਾਰਾਜ ਕਹਿੰਦੇ ਉਦੋਂ ਦਵਾ ਦੀ ਤਰ੍ਹਾਂ ਕੰਮ ਕਰਦਾ ਹੈ। ਇੱਥੇ ਮਹਾਰਾਜ ਕਹਿੰਦੇ ਜਾਂ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾ। ਇਹਦਾ ਮਤਲਬ ਪਰਮਾਤਮਾ ਦੇ ਨਾਮ ਵਿੱਚ ਏਡੀ ਤਾਕਤ। ਮਹਾਰਾਜ ਕਹਿੰਦੇ ਮੁਸ਼ਕਲ ਵਿੱਚ ਘੇਰਿਆ ਜਾਵੇ ਕੋਈ, ਉਹਦੇ ਇਉਂ ਕਹਿ ਲਓ ਬਾਹਰੀ ਤੇ ਅੰਦਰੂਨੀ ਦੁਸ਼ਮਣ ਬਣ ਜਾਣ ਤੇ ਮਹਾਰਾਜ ਕਹਿੰਦੇ ਨੂੰ ਪਰਮਾਤਮਾ ਦਾ ਨਾਮ ਚੇਤੇ ਆ ਜਾਏ ਤੇ ਉਹਨੂੰ ਤਤੀ ਵਾਹ ਤੱਕ ਨਹੀਂ ਲੱਗਦੀ। ਮਹਾਰਾਜ ਕਹਿੰਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਓ ਨਾ ਕੋ ਕਰੈ ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਮਹਾਰਾਜ ਕਹਿੰਦੇ ਕਮਜ਼ੋਰ ਮਨੁੱਖ ਆਤਮਿਕ ਤੌਰ ਤੇ ਕਹਿ ਲਓ ਬਾਹਰੀ ਤੌਰ ਤੇ ਕਹਿ ਲਓ, ਅਸੀਂ ਸ਼ਬਦ ਦੀ ਜਦੋਂ ਵਿਆਖਿਆ ਦੇਖਾਂਗੇ। ਮਹਾਰਾਜ ਕਹਿੰਦੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਉਹਦੇ ਵਿਚਾਰੇ ਦੇ ਇਕੱਲੇ ਕੋਈ ਦਮੜਾ ਨਹੀਂ ਹੈ। ਇੰਨੀ ਗੱਲ ਕਹਿਣ ਵਾਲਾ ਵੀ ਉਹਨੂੰ ਕੋਈ ਨਹੀਂ ਹੈ ਵੀ ਕੋਈ ਗੱਲ ਨਹੀਂ ਫਿਕਰ ਨਾ ਕਰੀ ਮੈਂ ਤੇਰੇ ਨਾਲ ਹਾਂ। ਮਹਾਰਾਜ ਕਹਿੰਦੇ ਇੰਨੀ ਕਹਿਣ ਵਾਲਾ ਵੀ ਕੋਈ ਨਹੀਂ, ਸਹਾਰਾ ਆਸਰਾ ਕੋਈ ਨਹੀਂ, ਪਰ ਉਸ ਨੂੰ ਪਰਮਾਤਮਾ ਦਾ ਨਾਮ ਚੇਤੇ ਆ ਗਿਆ ਤੇ ਪਰਮਾਤਮਾ ਦੇ ਨਾਮ ਨੇ ਉਹਨੂੰ ਨਿਸ਼ਚਲ ਰਾਜ ਬਖਸ਼ ਦਿੱਤਾ ਹੈ। ਨਿਸ਼ਚਲ ਰਾਜ ਦਾ ਮਤਲਬ ਹੋ ਗਿਆ ਉਹ ਆਤਮਕ ਅਵਸਥਾ ਬਣ ਗਈ ਜਿੱਥੇ ਹੁਣ ਡੋਲਦਾ ਨਹੀਂ ਮਨ। ਜਾਂ ਕੋ ਮਹਾਰਾਜ ਕਹਿ ਰਹੇ ਨੇ ਕਿ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਆਓ ਨਾ ਕੋ ਕਰੈ ਨਾ ਕਿਛ ਹੋਵੇ ਕਾਜ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਨਿਹਚਲ ਹੋਵੇ ਰਾਜ। ਮਹਾਰਾਜ ਕਹਿੰਦੇ ਇਉਂ ਸਮਝ ਲਓ ਉਸ ਜੀਵ ਨੂੰ ਨਿਹਚਲ ਰਾਜ ਮਿਲ ਗਿਆ। ਸਤਿਗੁਰੂ ਮਹਾਰਾਜ ਜੀ ਅੱਗੇ ਬਖਸ਼ਿਸ਼ ਕਰਦੇ ਨੇ ਕਿ ਜੇ ਕੋਈ ਮਨੁੱਖ ਦੁੱਖ ਵਿੱਚ ਮੁਸੀਬਤ ਵਿੱਚ ਘੇਰਿਆ ਜਾਂਦਾ ਹੈ ਉਸ ਦੇ ਉੱਤੇ ਵੀ ਪਰਮਾਤਮਾ ਦਾ ਨਾਮ ਜੇ ਉਹਨੂੰ ਚੇਤੇ ਆ ਜਾਵੇ ਤੇ ਪਰਮਾਤਮਾ ਦਾ ਨਾਮ ਉਹਦੀ ਸਹਾਇਤਾ ਕਰਦਾ। ਖੈਰ ਅਸੀਂ ਸਮੇਂ 'ਚ ਰਹਿ ਕੇ ਸ਼ਬਦ ਦੀ ਪੂਰੇ ਦੀ ਵਿਆਖਿਆ ਕਰਨੀ ਮੈਂ ਬੇਨਤੀ ਕਰ ਰਿਹਾ, ਨਾਮ ਦੀ ਜਿੰਨੀ ਅਸੀਂ ਵਡਿਆਈ ਉਪਮਾ ਕਰ ਲਈਏ। ਇੱਕ ਸ਼ਬਦ ਹੋਰ ਅਸੀਂ ਇਸ ਸਬੰਧ 'ਚ ਲੈ ਕੇ ਫਿਰ ਆਪਾਂ ਇੱਕ ਬੰਦ ਦੀ ਵਿਚਾਰ ਕਰਾਂਗੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੇ ਵੀ ਗੁਰਮੁਖੋ ਬੜੀ ਜਦੋਂ ਨਾਮ ਦੀ ਚਰਚਾ ਕੀਤੀ। ਵੈਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਤੇ ਜੇ ਸਭ ਤੋਂ ਪਹਿਲਾ ਸ਼ਬਦ ਤੇ ਸਭ ਤੋਂ ਅਖੀਰਲੀ ਤੁਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਬਦ ਦੀ ਦੇਖੋਗੇ ਬੜੀ ਕਮਾਲ ਦੀ ਵਿਆਖਿਆ ਕੀਤੀ ਮਹਾਰਾਜ ਨੇ। ਪਹਿਲੇ ਸ਼ਬਦ ਵਿੱਚ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਤਿਆਗ ਦਿਓ ਇੱਕ ਚੀਜ਼ ਨੂੰ ਆਪਣੇ ਹਿਰਦੇ ਅੰਦਰੋਂ। ਅਖੀਰਲੀ ਤੁਕ ਵਿੱਚ ਕਹਿੰਦੇ ਰਾਮ ਨਾਮ ਔਰ ਮੈਂ ਗਹਿਓ। ਗਹਿਓ ਦਾ ਮਤਲਬ ਹੁੰਦਾ ਪਕੜਨਾ। ਮਹਾਰਾਜ ਕਹਿੰਦੇ ਨਾਮ ਪਕੜ ਲਓ ਤੇ ਮਾਨ ਹਉਮੈ ਹੰਕਾਰ ਨੂੰ ਤਿਆਗ ਦਿਓ, ਕਿਉਂਕਿ ਮਾਨ ਤਿਆਗਿਆ ਗਿਆ ਤੇ ਉੱਥੇ ਨਾਮ ਟਿਕ ਜਾਏਗਾ। ਮੈਂ ਸਤਿਗੁਰੂ ਜੀ ਦੇ ਸੋਰਠ ਰਾਗ ਦਾ ਇੱਕ ਸ਼ਬਦ ਲੈਣ ਲੱਗਿਆ ਜਿਹਦੇ ਵਿੱਚ ਮਹਾਰਾਜ ਨੇ ਸਾਨੂੰ ਦੱਸਿਆ ਕਿ ਜੇ ਤੁਸੀਂ ਪਰਮਾਤਮਾ ਦੇ ਨਾਮ ਨਾਲ ਜੁੜੋਗੇ ਤੇ ਪਰਮਾਤਮਾ ਦਾ ਨਾਮ ਕਿੰਨੀ ਸਹਾਇਤਾ ਕਰਦਾ ਤੇ ਜਿਨ੍ਹਾਂ ਦਾ ਭਲਾ ਕਰ ਗਿਆ ਮਹਾਰਾਜ ਉਹਨਾਂ ਦੀ ਉਦਾਹਰਨ ਦੇ ਕੇ ਕਹਿੰਦੇ ਨੇ। ਮਨ ਰੇ
ਪ੍ਰਭ ਕੀ ਸ਼ਰਨ ਵਿਚਾਰੋ। ਹੇ ਮੇਰੇ ਮਨਾ, ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪ, ਪਰਮੇਸ਼ਰ ਦੇ ਨਾਮ ਨਾਲ ਜੁੜ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਫਿਰ ਅੱਗੇ ਮਹਾਰਾਜ ਉਦਾਹਰਨ ਦਿੰਦੇ, ਜਿਨ੍ਹਾਂ ਨੇ ਸ਼ਰਨ ਲਈ ਤੇ ਨਾਮ ਦਾ ਆਸਰਾ ਲਿਆ ਉਹਨਾਂ ਦਾ ਭਲਾ ਕਿਵੇਂ ਹੋਇਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰ ਧਾਰ। ਉਹ ਜਸ, ਉਹ ਪਰਮਾਤਮਾ ਦਾ ਨਾਮ ਤੂੰ ਹਿਰਦੇ ਵਿੱਚ ਧਾਰ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਗਣਕਾ ਪਾਪਣ ਹੋਏ ਕਹਿ ਪਾਪਾਂ ਦਾ ਅਗਰ ਹਾਰ ਪਰੋਤਾ। ਜਿਹਨੂੰ ਇਹ ਜਾਣਿਆ ਜਾਂਦਾ ਸੀ ਵੀ ਪਾਪਾਂ ਦਾ ਗਲ 'ਚ ਤੇ ਇੰਨੀ ਮਤਲਬ ਇੰਨੀ ਪਾਪਣ। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਇੰਨੀ ਕਿਰਪਾ ਵਰਤਾ ਦਿੱਤੀ, ਉਸ ਪਾਪਣ ਦਾ ਭਲਾ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਉਹਦਾ ਨਾਂ ਆ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸਿਉਦਰੀ ਤਾਂ ਕੋ ਜਸ ਉਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ, ਦੁਖ ਹਰਤਾ ਬਿਦ ਕੋ ਸੁਆਮੀ ਤੈ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹਾ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰਹਿ ਪਾਰਾ। ਮਹਾਰਾਜ ਕਹਿੰਦੇ ਦੇਖ, ਜੇ ਗਨਕਾ ਦਾ ਉਧਾਰ ਹੋ ਗਿਆ, ਜੇ ਅਜਾਮਲ ਦਾ ਉਧਾਰ ਹੋ ਗਿਆ, ਧਰੂ ਵਰਗੇ ਨੂੰ ਪਰਮਾਤਮਾ ਦੀ ਚਰਨ ਸ਼ਰਨ ਮਿਲ ਗਈ। ਮਹਾਰਾਜ ਕਹਿੰਦੇ ਜਿਵੇਂ ਹਾਥੀ ਨੂੰ ਬਚਾ ਲਿਆ ਤੰਦੂਏ ਦੇ ਕੋਲੋਂ, ਤੇ ਜੀਵ ਜੇ ਤੂੰ ਪਰਮਾਤਮਾ ਦਾ ਨਾਮ ਜਪੇਂਗਾ ਤੇ ਕੀ ਪਰਮਾਤਮਾ ਤੇਰੀ ਸਹਾਇਤਾ ਨਹੀਂ ਕਰੇਗਾ। ਜੇ ਉਹਨਾਂ ਦੀ ਪਰਮਾਤਮਾ ਸਹਾਇਤਾ ਕਰਦਾ, ਉਹਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਕਿ ਉਹਨੇ ਉਹਨਾਂ ਜੀਵਾਂ ਦਾ ਭਲਾ ਕਰਤਾ। ਜੇ ਤੂੰ ਪਰਮਾਤਮਾ ਨੂੰ ਯਾਦ ਕਰੇਂਗਾ ਤੇ ਕੀ ਪਰਮਾਤਮਾ ਤੇਰੀ ਆਵਾਜ਼ ਨਹੀਂ ਸੁਣੇਗਾ, ਤੇਰਾ ਭਲਾ ਨਹੀਂ ਕਰੇਗਾ। ਇਹਦਾ ਮਤਲਬ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ 'ਚ ਗੁਰਮੁਖੋ ਸਤਿਗੁਰੂ ਮਹਾਰਾਜ ਜੀ ਨੇ ਨਾਮ ਦੀ ਚਰਚਾ ਕੀਤੀ ਹੈ ਕਿ ਭਾਈ ਪਰਮੇਸ਼ਰ ਦਾ ਨਾਮ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਕੁਰਬਾਨ ਜਾਂਦੇ ਹਾਂ, ਅਸੀਂ ਤਾਂ ਬਲਿਹਾਰ ਜਾਂਦੇ ਉਹਨਾਂ ਤੋਂ ਸਦਕੇ ਜਾਂਦੇ ਹਾਂ ਜਿਹੜੇ ਵਾਹਿਗੁਰੂ ਦੇ ਪਰਮਾਤਮਾ ਨੂੰ ਜਪਦੇ ਹੈ, ਜੁੜਦੇ ਹੈ, ਉਹਨਾਂ ਤੋਂ ਕੁਰਬਾਨ ਬਲਿਹਾਰ ਸਦਕੇ ਜਾਈਏ। ਇਹ ਸੀ ਰਹਾਉ ਵਾਲੀਆਂ ਤੁਕਾਂ ਜਿਸ ਦੀ ਅਸੀਂ ਵਿਆਖਿਆ ਕੀਤੀ। ਹੁਣ ਅਸੀਂ ਇੱਕ ਇੱਕ ਬੰਦ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਕਿਰਪਾ ਰਹਿਮਤ ਬਖਸ਼ਿਸ਼ ਕੀਤੀ ਪਾਵਨ ਸ਼ਬਦ ਅੰਦਰ। ਮਾਝ ਮਹਿਲਾ ਤੀਜਾ ਮਾਝ ਰਾਗ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਮਹਾਰਾਜ ਕਿਰਪਾ ਕਰਦੇ ਨੇ, ਮੇਰਾ ਪ੍ਰਭ ਨਿਰਮਲ ਆਗੰਮ ਅਪਾਰਾ। ਮੇਰਾ ਪ੍ਰਭ, ਮੇਰਾ ਪ੍ਰਭੂ ਪਰਮਾਤਮਾ। ਆਗੰਮ ਦਾ ਅਰਥ ਹੁੰਦਾ ਜਦੋਂ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਾ ਹੋ ਸਕੇ, ਤੇ ਨਿਰਮਲ ਦਾ ਅਰਥ ਆਪ ਜੀ ਸਾਰੇ ਸਮਝ ਗਏ, ਮੈਲ ਤੋਂ ਰਹਿਤ, ਕਾਲਖ ਤੋਂ ਰਹਿਤ। ਪਰਮਾਤਮਾ ਦਾ ਨਾਮ ਨਿਰਮਲ ਹੈ ਤੇ ਗੁਰਮੁਖੋ ਜਿਸ ਨਾਮ ਨੂੰ ਜਪੀਏ ਤੇ ਹਿਰਦਾ ਵੀ ਨਿਰਮਲ ਹੋ ਜਾਂਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪ੍ਰਭੂ ਦੇ ਨਾਮ ਨਾਲ ਇਹ ਮਨ ਦੀ ਮੈਲ ਚਲੇ ਜਾਏਗੀ ਤੇ ਫਿਰ ਟਿਕੇਗਾ ਕਿ ਕੀ ਉੱਥੇ? ਜਦੋਂ ਮੈਲ ਅੰਦਰੋਂ ਚਲੇਗੀ ਉੱਥੇ ਕਿਹੜੀ ਚੀਜ਼ ਟਿਕੇਗੀ? ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿੱਧ ਮਾਹੇ ਸਮਾਏ। ਉੱਥੇ ਪਰਮਾਤਮਾ ਦਾ ਨਾਮ ਟਿਕ ਜਾਏਗਾ। ਇੱਥੇ ਮਹਾਰਾਜ ਕਹਿੰਦੇ ਮੇਰਾ ਪ੍ਰਭ ਨਿਰਮਲ, ਮੇਰਾ ਪ੍ਰਭੂ ਪਰਮਾਤਮਾ ਮੈਲ ਤੋਂ ਰਹਿਤ ਨਿਰਮਲ ਹੈ, ਆਗੰਮ ਅਪਾਰਾ। ਮਹਾਰਾਜ ਕਹਿੰਦੇ ਆਗੰਮ ਹੈ, ਆਪਹੁੰਚ ਹੈ, ਉਹ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੁੰਦੀ। ਅਪਾਰਾ ਦਾ ਅਰਥ ਹੋ ਗਿਆ ਜਿਹਦਾ ਪਾਰਾ ਵਾਰ ਨਾ ਪਾਇਆ ਜਾ ਸਕੇ। ਬਿਨ ਤਕੜੀ ਤੋਲੇ ਸੰਸਾਰਾ। ਮਹਾਰਾਜ ਕਹਿੰਦੇ ਤਕੜੀ ਤੋਂ ਬਿਨਾਂ ਸਾਡੇ ਅੰਦਰ ਦੀ ਪਰਖ ਕਰ ਰਿਹਾ ਹੈ। ਤੁਸੀਂ ਕਈ ਵਾਰ ਦੇਖੋ ਜਿਹੜੇ ਦੁਕਾਨਦਾਰ ਵੀਰ ਹੁੰਦੇ ਆ ਨਾ, ਦੁਕਾਨ ਕਰਦੇ ਆ, ਤੇ ਗੁਰਮੁਖੋ ਕਈ ਵਾਰ ਉਹਨਾਂ ਨੂੰ ਇੰਨਾ ਤਜਰਬਾ ਹੋ ਜਾਂਦਾ, ਜਿਹੜੀ ਚੀਜ਼ ਪਾ ਕੇ ਦੇਣਗੇ ਨਾ ਤੇ ਬੰਦਾ ਕਹੇਗਾ ਜੀ ਤਕੜੀ 'ਚ ਤਾਂ ਤੁਸੀਂ ਤੋਲੀ ਨਹੀਂ। ਉਹ ਕਹਿੰਦਾ ਭਾਈ ਕੰਮ ਕਰਦਿਆਂ ਕਰਦਿਆਂ ਤਜਰਬੇ ਹੀ ਇੰਨੇ ਹੋ ਗਏ, ਤੂੰ ਰੱਖ ਕੇ ਵੇਖ ਲੈ ਪੂਰੀ ਨਿਕਲੇਗੀ, ਲੋੜ ਹੀ ਨਹੀਂ ਪੈਣੀ ਮੈਨੂੰ ਤਕੜੀ ਦੀ। ਮਹਾਰਾਜ ਕਹਿੰਦੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹੜਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤਲਾਇਆ। ਮਹਾਰਾਜ ਕਹਿੰਦੇ ਕੰਡਾ ਵੀ ਆਪ, ਸੂਈ ਬੋਧੀ ਵੀ ਆਪ, ਤੋਲਣ ਵਾਲਾ ਵੀ ਆਪ, ਸਭ ਕੁਝ ਕਰਨ ਕਾਰਨ ਵਾਲਾ ਪਰਮੇਸ਼ਰ ਆਪ ਹੈ। ਮਹਾਰਾਜ ਕਹਿੰਦੇ ਸਾਡੇ ਜੀਵਾਂ ਦੇ ਅੰਦਰ ਦੀ ਪਰਖ, ਤੇ ਅਸੀਂ ਤਕੜੀ ਦੇ ਅਰਥ ਜਾਂ ਤੋਲਣ ਦਾ ਅਰਥ ਕਰਾਂਗੇ ਪਰਮਾਤਮਾ ਸਾਡੇ ਅੰਦਰ ਦੀ ਪਰਖ ਕਰ ਰਿਹਾ। ਸਾਡੇ ਅੰਦਰ ਕੀ ਚੱਲ ਰਿਹਾ ਪਰਮੇਸ਼ਰ ਨੂੰ ਪਤਾ ਹੈ, ਵਾਹਿਗੁਰੂ ਨੂੰ ਪਤਾ, ਜਿਹਨੂੰ ਅਸੀਂ ਅੰਤਰਜਾਮੀ ਕਹਿੰਦੇ ਹਾਂ। ਮਹਾਰਾਜ ਕਹਿੰਦੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਸਾਰੇ ਸੰਸਾਰ ਦੇ ਜੀਵਾਂ ਦੇ ਅੰਦਰ ਬੈਠਾ ਹੋਇਆ ਤੋਲ ਰਿਹਾ ਹੈ, ਦੇਖ ਰਿਹਾ ਹੈ, ਪਰਖ ਕਰ ਰਿਹਾ ਹੈ ਸਾਡੇ ਜੀਵਾਂ ਦੀ। ਤੇ ਮਹਾਰਾਜ ਕਹਿੰਦੇ ਗੁਰਮੁਖ ਹੋਵੈ ਸੋਈ ਬੂਝੈ, ਗੁਣ ਕਹਿ ਗੁਣੀ ਸਮਾਵਣਿਆ। ਸਤਿਗੁਰੂ ਮਹਾਰਾਜ ਕਹਿੰਦੇ ਇਸ ਭੇਦ ਨੂੰ ਕੌਣ ਜਾਣੇ?
ਇਹ ਸਮਝ ਕਿਹਨੂੰ ਆਵੇ ਜਿਹੜਾ ਗੁਰੂ ਦੇ ਰਸਤੇ ਤੇ ਤੁਰਨ ਵਾਲਾ। ਗੁਰਮੁਖ ਦਾ ਅਰਥ ਹੋ ਗਿਆ ਗੁਰੂ ਦੇ ਮਾਰਗ ਤੇ ਚੱਲਣ ਵਾਲਾ। ਮਹਾਰਾਜ ਕਹਿੰਦੇ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਸੋਈ ਦਾ ਮਤਲਬ ਹੋ ਗਿਆ ਉਹ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਉਹ ਜੀਵ ਗੁਰਮੁਖ ਹੈ। ਬੂਝੇ ਦਾ ਅਰਥ ਹੈ ਜਿਹਨੂੰ ਸੋਝੀ ਆ ਗਈ, ਸਮਝ ਆ ਗਈ, ਪਤਾ ਲੱਗ ਗਿਆ ਮੇਰਾ ਸਤਿਗੁਰੂ ਮੈਨੂੰ ਕੀ ਕਹਿ ਰਿਹਾ ਹੈ। ਤੇ ਮਹਾਰਾਜ ਕਹਿੰਦੇ ਗੁਣ ਕਹਿ, ਪਰਮਾਤਮਾ ਦੇ ਗੁਣ ਕਹਿੰਦਿਆਂ ਗੁਣੀ ਸਮਾਵਣਿਆ, ਆ ਹੈ ਗੁਰਮੁਖੋ ਨਾਮ ਜਪਣਾ, ਜਿਹਦੀ ਅਸੀਂ ਵਿਆਖਿਆ ਕੀਤੀ ਹੈ। ਉਹਦੇ ਗੁਣਾਂ ਨੂੰ ਕਹਿ ਕੇ ਤੇ ਗੁਣੀ ਵਿੱਚ ਸਮਾਉਣਾ ਹੈ। ਨਿਰਭਉ ਦਾ ਜੇ ਸਿਮਰਨ ਹੋ ਰਿਹਾ ਤੇ ਨਿਰਭਉ ਬਣੀਏ, ਜੇ ਨਿਰਵੈਰ ਦਾ ਸਿਮਰਨ ਹੋ ਰਿਹਾ ਤੇ ਨਿਰਵੈਰ ਬਣੀਏ। ਜੇ ਪਰਮਾਤਮਾ ਨੂੰ ਦਿਆਲੂ ਤੇ ਕਿਰਪਾਲੂ ਕਹਿੰਦੇ ਅੰਦਰ ਦਿਆਲਤਾ ਆਏ। ਮਹਾਰਾਜ ਕਹਿੰਦੇ ਇਹ ਹੈ ਗੁਣ ਕਹਿ ਗੁਣੀ ਸਮਾਵਣਿਆ, ਗੁਣਾਂ ਨੂੰ ਕਹਿ ਕੇ ਗੁਣਾਂ ਵਿੱਚ ਸਮਾਉਣਾ। ਪਰ ਗੁਰਮੁਖੋ ਅਸੀਂ ਤਾਂ ਨਿਰਭਉ ਜਪ ਕੇ ਫਿਰ ਵੀ ਡਰੀ ਜਾਂਦੇ ਹਾਂ, ਅਸੀਂ ਤਾਂ ਨਿਰਵੈਰ ਜਪ ਕੇ ਫਿਰ ਵੀ ਡਰੀ ਜਾਂਦੇ ਹਾਂ। ਸਾਡੇ ਭੈ ਖਤਮ ਨਹੀਂ ਹੋਏ। ਤੁਸੀਂ ਦੇਖੋ ਜਿੰਨੇ ਵਹਿਮ ਨੇ, ਭਰਮ ਨੇ, ਕਰਮ ਕਾਂਡ ਨੇ, ਉਹ ਸਾਰੇ ਭੈ ਕਰਕੇ ਹੋ ਰਿਹਾ। ਬੰਦਾ ਡਰਦਾ ਹੈ ਮੈਂ ਕਬਰ ਦੇ ਕੋਲੋਂ ਦੀ ਲੰਘ ਗਿਆ ਤੇ ਜੇ ਨਾ ਕਿਤੇ ਸਿਰ ਝੁਕਾਇਆ ਕਿਤੇ ਕਬਰ ਵਾਲਾ ਹੀ ਨਾ ਮੇਰੇ ਤੇ ਨਾਰਾਜ਼ ਹੋ ਜਾਏ, ਜੇ ਵੀਰਵਾਰ ਜਾ ਕੇ ਮੈਂ ਤੇਲ ਨਾ ਪਾਇਆ ਕਿਤੇ ਪੀਰ ਤੇ ਮੇਰੇ ਤੇ ਨਾਰਾਜ਼ ਹੋ ਜਾਏ। ਇਹ ਸਾਰੇ ਡਰ ਨੇ, ਭੈ ਨੇ। ਗੁਰਮੁਖਾ ਪੜ੍ਹਦਾ ਤੂੰ ਨਿਰਭਉ ਹੈ, ਡਰੀ ਤੂੰ ਕਬਰਾਂ ਤੋਂ ਜਾਣਾ। ਬਿੱਲੀ ਰਸਤਾ ਕੱਟ ਜਾਏ ਤੇ ਤੂੰ ਚਪਲ ਲਾ ਕੇ ਜੋੜਾ ਲਾ ਕੇ ਝਾੜਨ ਲੱਗ ਪੈਣਾ। ਮਹਾਰਾਜ ਕਹਿੰਦੇ ਨਹੀਂ ਜਪਿਆ ਤੂੰ ਨਿਰਭਉ ਨੂੰ, ਕੇਵਲ ਜ਼ੁਬਾਨ ਦੇ ਬਚਨ ਕਹੇ ਨੇ, ਹਿਰਦੇ 'ਚ ਨਹੀਂ ਵਸਾਇਆ। ਇੱਥੇ ਮਹਾਰਾਜ ਕਹਿੰਦੇ ਜਿਹੜਾ ਗੁਰਮੁਖ ਹੈ ਉਹ ਗੁਣਾਂ ਨੂੰ ਕਹਿ ਕੇ ਗੁਣੀ ਵਿੱਚ ਸਮਾ ਜਾਂਦਾ। ਉਹਦੇ ਵਿੱਚ ਫਿਰ ਭੇਦ ਕੋਈ ਨਹੀਂ ਰਹਿੰਦਾ। ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਕਬੀਰਾ ਏਕ ਭਏ ਹੈ, ਕੋਏ ਨਾ ਸਕੈ ਪਛਾਨੀ। ਮਹਾਰਾਜ ਕਹਿੰਦੇ ਇੰਨਾ ਪਰਮਾਤਮਾ ਵਿੱਚ ਆ ਭੇਦ ਹੋ ਜਾਂਦਾ ਹੈ, ਉਹਦੇ ਵਿੱਚ ਤੇ ਪਰਮੇਸ਼ਰ ਵਿੱਚ ਫਿਰ ਅੰਤਰ ਹੀ ਕੋਈ ਨਹੀਂ। ਪਰ ਇਹ ਗੱਲ ਗੁਰਮੁਖ ਨੂੰ ਸਮਝ ਆਉਂਦੀ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਸ਼ਟਪਦੀ ਵਿੱਚ ਪਹਿਲਾ ਬੰਦ ਹੈ ਕਿ ਮੇਰਾ ਪ੍ਰਭ ਨਿਰਮਲ ਆਗੰਮ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ, ਗੁਰਮੁਖ ਹੋਵੇ ਸੋਈ ਬੂਝੇ, ਗੁਣ ਕਹਿ ਗੁਣੀ ਸਮਾਵਣਿਆ। ਮੇਰਾ ਪਰਮਾਤਮਾ ਨਿਰਮਲ ਹੈ, ਆਗੰਮ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸਾਰੇ ਸੰਸਾਰ ਦੇ ਜੀਵਾਂ ਅੰਦਰ ਬੈਠਾ ਹੋਇਆ ਉਹਨਾਂ ਦੀ ਪਰਖ ਕਰ ਰਿਹਾ ਹੈ। ਤੇ ਮਹਾਰਾਜ ਕਹਿੰਦੇ ਗੁਰਮੁਖ ਇਸ ਗੱਲ ਨੂੰ ਸਮਝਦਾ ਹੈ, ਸਮਝਣ ਵਾਲਾ ਹੀ ਗੁਣ ਕਹਿ ਕੇ ਗੁਣੀ ਵਿੱਚ ਸਮਾ ਜਾਂਦਾ ਹੈ। ਅਗਲੀਆਂ ਫਿਰ ਰਹਾਉ ਵਾਲੀਆਂ ਤੁਕਾਂ ਨੇ, ਹਉ ਵਾਰੀ ਜੀਓ ਵਾਰੀ, ਹਰ ਕਾ ਨਾਮ ਮਨ ਵਸਾਵਣਿਆ। ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ, ਸਦਕੇ ਜਾਵਾਂ ਉਹਨਾਂ ਤੋਂ ਜਿਨ੍ਹਾਂ ਨੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਵਸਾ ਲਿਆ। ਤੇ ਮਹਾਰਾਜ ਕਹਿੰਦੇ ਜੋ ਸੱਚ ਲਾਗੈ ਸੇ ਅਣ ਦਿਨ ਜਾਗੇ, ਜਿਹੜੇ ਜੀਵ ਇਹ ਸੱਚੇ ਨਾਮ ਦੇ ਵਿੱਚ ਜੁੜ ਗਏ ਤੇ ਮਹਾਰਾਜ ਕਹਿੰਦੇ ਅਣ ਦਿਨ ਦਾ ਦਿਨ ਰਾਤ ਸੁਚੇਤ ਰਹਿੰਦੇ ਨੇ, ਜਾਗਦੇ ਰਹਿੰਦੇ। ਜਾਗਣ ਦਾ ਅਰਥ ਜਿਵੇਂ ਅਸੀਂ ਕੀਤਾ ਹੈ ਕਿ ਜਾਗਣਾ ਜਾਗਣ ਨੀਕਾ। ਮਹਾਰਾਜ ਕਹਿੰਦੇ ਨੇ ਕਿ ਹਰ ਕੀਰਤਨ ਮੈਂ ਜਾਗਣਾ। ਮਹਾਰਾਜ ਕਹਿੰਦੇ ਇਹਦਾ ਮਤਲਬ ਹੋ ਗਿਆ ਸਿਫਤ ਸਲਾਹ ਕਰਦਿਆਂ ਆਤਮਿਕ ਤੌਰ ਤੇ ਬੰਦੇ ਨੇ ਜਾ ਕੇ ਸੁਚੇਤ ਰਹਿਣਾ ਤਾਂ ਕਿ ਵਿਕਾਰ ਉਹਦੇ ਉੱਤੇ ਪ੍ਰਭਾਵ ਨਾ ਪਾਉਣ। ਮਹਾਰਾਜ ਕਹਿੰਦੇ ਫਿਰ ਕੀ ਹੁੰਦਾ, ਦਰ ਸੱਚੈ ਸ਼ੋਭਾ ਪਾਵਣਿਆ। ਪ੍ਰਭੂ ਦੇ ਦਰ ਤੇ ਮਾਨ ਵਡਿਆਈ ਇੱਜ਼ਤ ਉਹਨਾਂ ਨੂੰ ਮਿਲਦੀ ਹੈ ਜਿਹੜੇ ਨਾਮ ਨਾਲ ਜੁੜ ਜਾਂਦੇ ਹੈ, ਜਿਹੜੇ ਸੱਚੇ ਨਾਮ ਨੂੰ ਹਿਰਦੇ 'ਚ ਵਸਾ ਲੈਂਦੇ ਹੈ। ਮਹਾਰਾਜ ਕਹਿੰਦੇ ਉਹਨਾਂ ਨੂੰ ਪਰਮਾਤਮਾ ਦੇ ਦਰ ਤੋਂ ਵਡਿਆਈ ਤੇ ਸ਼ੋਭਾ ਮਿਲਦੀ ਹੈ। ਦੂਸਰੇ ਬੰਦ 'ਚ ਮਹਾਰਾਜ ਕਿਰਪਾ ਕਰਦੇ, ਆਪ ਸੁਣੈ ਤੈ ਆਪੇ ਵੇਖੈ। ਤੈ ਦਾ ਅਰਥ ਹੋ ਗਿਆ ਅਤੇ। ਪਰਮਾਤਮਾ ਵਾਹਿਗੁਰੂ ਜੀ ਸਾਡੇ ਜੀਵਾਂ ਦੀ ਅਰਦਾਸ, ਜੇ ਮੈਂ ਪਹਿਲਾਂ ਵੀ ਕਿਹਾ ਕਿ ਅੰਤਰਜਾਮੀ ਹੈ। ਅਸੀਂ ਗੁਰਮੁਖੋ ਕੁਝ ਵੀ ਨਹੀਂ ਬੋਲਦੇ, ਪਰਮਾਤਮਾ ਤਾਂ ਵੀ ਜਾਣ ਰਿਹਾ ਕਿ ਇਹਦੇ ਅੰਦਰ ਚੱਲ ਕੀ ਰਿਹਾ। ਮਹਾਰਾਜ ਕਹਿੰਦੇ ਸੁਣ ਵੀ ਆਪ ਰਿਹਾ, ਵੇਖ ਵੀ ਆਪ ਰਿਹਾ, ਪਰਖ ਵੀ ਆਪ ਰਿਹਾ ਹੈ। ਤੇ ਮਹਾਰਾਜ ਕਹਿੰਦੇ ਆਪ ਸੁਣੈ ਤੈ ਆਪੇ ਵੇਖੈ, ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ। ਲੇਖੇ ਦਾ ਅਰਥ ਇੱਥੇ ਵਿਦਵਾਨਾਂ ਕੀਤਾ ਪ੍ਰਵਾਨ ਹੋ ਜਾਣ। ਮਹਾਰਾਜ ਕਹਿੰਦੇ ਨੇ ਜਿਹੜਾ ਜੀਵ ਇਹ ਗੱਲ ਸਮਝ ਗਿਆ ਕਿ ਪਰਮਾਤਮਾ ਵੇਖ ਰਿਹਾ, ਸੁਣ ਰਿਹਾ, ਉਹਦੀ ਨਜ਼ਰ ਵਿੱਚ ਉਹ ਫਿਰ ਕਬੂਲ ਹੋ ਜਾਂਦਾ ਤੇ ਮਹਾਰਾਜ ਕਹਿੰਦੇ ਪ੍ਰਵਾਨ ਚੜ੍ਹ ਜਾਂਦਾ। ਗੁਰਮੁਖੋ ਕਈ ਵਾਰ ਨਾ ਅਸੀਂ ਗੱਲ ਕਰਦਿਆਂ ਕਹਿ ਦਿੰਦੇ ਹਾਂ, ਅਸੀਂ ਕਹਿੰਦੇ ਦੇਖੋ ਜੀ ਜੇ ਤੂੰ ਮੇਰੀ ਗੱਲ ਦਾ ਇੱਥੇ ਯਕੀਨ ਨਹੀਂ ਕਰਦਾ ਜਾਂ ਮੈਨੂੰ ਤੂੰ ਝੂਠਾ ਕਹਿੰਦਾ ਹੈ ਤੇ ਆਪਾਂ ਕਹਿੰਦੇ ਚੱਲ ਗੁਰਦੁਆਰੇ ਚੱਲੀਏ, ਚੱਲ ਗੁਰਦੁਆਰੇ ਚੱਲ ਕੇ ਸਹੁੰ ਖਾਈਏ। ਇਹਦਾ ਮਤਲਬ ਹੋ ਗਿਆ ਬੰਦਾ ਕੇਵਲ ਤੇ ਕੇਵਲ ਗੁਰਦੁਆਰੇ ਵਿੱਚ ਪਰਮਾਤਮਾ ਨੂੰ ਮੰਨਦਾ ਹੈ ਵੀ ਪਰਮਾਤਮਾ ਗੁਰਦੁਆਰੇ, ਗੁਰੂ ਪਰਮੇਸ਼ਰ ਗੁਰਦੁਆਰੇ। ਮਹਾਰਾਜ ਕਹਿੰਦੇ ਨੇ ਇਹ ਭਰਮ ਵੀ ਅੰਦਰੋਂ ਕੱਢਣਾ ਹੈ, ਕਿਉਂਕਿ ਅਸੀਂ ਤਾਂ ਇਉਂ ਜਾਣਨਾ ਪਰਮਾਤਮਾ ਨੂੰ ਕਿ ਮੇਰਾ ਸਾਹਿਬ ਹਰ ਜਗ੍ਹਾ ਤੇ ਮੌਜੂਦ ਹੈ। ਕਿਹੜੀ ਥਾਂ ਜਿੱਥੇ ਪਰਮਾਤਮਾ ਦਾ ਆਪਣਾ ਨਿਵਾਸ ਨਹੀਂ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਇਹ ਕਹਿੰਦਾ ਨਾ ਚੱਲ ਗੁਰਦੁਆਰੇ ਚੱਲ ਕੇ ਸਹੁੰ ਖਾਈਏ, ਉਹ ਬੜੇ ਵੱਡੇ ਭੁਲੇਖੇ ਵਿੱਚ ਹੈ ਕਿ ਗੁਰਦੁਆਰੇ ਦੀ ਚਾਰ ਦੀਵਾਰੀ ਤੋਂ ਬਾਹਰ ਉਹ ਪਰਮਾਤਮਾ ਨਹੀਂ ਮੰਨਦਾ।
ਇੱਥੇ ਮਹਾਰਾਜ ਕਹਿੰਦੇ ਜਦੋਂ ਇਹ ਪਤਾ ਲੱਗ ਜਾਏ ਵੀ ਆਪ ਹੀ ਤਾਂ ਸੁਣ ਰਿਹਾ ਹੈ, ਆਪ ਹੀ ਵੇਖ ਰਿਹਾ, ਤੇ ਆਪ ਦਾ ਮਤਲਬ ਹੋ ਗਿਆ ਪਰਮਾਤਮਾ ਸਾਡੇ ਹਿਰਦੇ 'ਚ, ਤੇ ਜਿੱਥੇ ਜੀਵ ਹੈ ਉੱਥੇ ਪਰਮਾਤਮਾ। ਮਹਾਰਾਜ ਕਹਿੰਦੇ ਇਹ ਭੁਲੇਖਾ ਅੰਦਰੋਂ ਕੱਢੋ, ਪਰ ਇਹ ਜਿਹਦੇ ਤੇ ਨਜ਼ਰ ਹੋ ਜਾਏ ਜੀ ਪਰਮਾਤਮਾ ਦੀ, ਮਹਾਰਾਜ ਕਹਿੰਦੇ ਸਮਝ ਉਸ ਨੂੰ ਪੈਗੀ। ਜਿਹਦੇ ਤੇ ਪਰਮਾਤਮਾ ਦੀ ਨਜ਼ਰ ਹੋ ਜਾਂਦੀ ਉਹ ਜੀਵ ਫਿਰ ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦਾ ਹੈ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣੇ ਆ। ਮਹਾਰਾਜ ਕਹਿੰਦੇ ਜੀਵਾਂ ਦੇ ਵੀ ਕੀ ਵਸ ਹੈ, ਪਰਮਾਤਮਾ ਤੂੰ ਆਪ ਲਾ ਰਿਹਾ, ਜਿਵੇਂ ਲਾਇਆ ਹੋਇਆ ਤਿਵੇਂ ਜੀਵ ਲੱਗੇ ਹੋਏ ਨੇ, ਤੇਰੇ ਮਾਰਗ ਤੇ ਚੱਲਣ ਵਾਲੇ ਨੂੰ ਸੋਝੀ ਆ ਜਾਂਦੀ, ਉਹ ਸੱਚ ਨੂੰ ਕਮਾਉਂਦੇ ਨੇ, ਉਹ ਸੱਚ ਦੀ ਕਮਾਈ ਕਰਦੇ। ਮਹਾਰਾਜ ਕਹਿੰਦੇ ਜੋ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਜੀਵਾਂ ਨੂੰ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾਵਣਿਆ, ਮਹਾਰਾਜ ਕਹਿੰਦੇ ਗੁਰੂ ਦੇ ਮਾਰਗ ਤੇ ਚੱਲਣ ਵਾਲਾ ਜੀਵ ਸੱਚ ਦੀ ਕਮਾਈ ਕਰਦਾ, ਸੱਚ ਨਾਲ ਜੁੜ ਜਾਂਦਾ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ, ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ। ਹੁਣ ਅਸੀਂ ਜੇ ਇਸ ਨੂੰ ਇਉਂ ਸਮਝੀਏ, ਜੇ ਕੋਈ ਜੀਵ ਇਹ ਕਰੇ ਕਿ ਇਹਦਾ ਮਤਲਬ ਪਰਮਾਤਮਾ ਜੀਵ ਨੂੰ ਭੁਲਾ ਕੇ ਤੇ ਪੁੱਠੇ ਬੰਨੇ ਲਾ ਦਿੰਦਾ ਹੈ, ਜੇ ਇਹਦੀ ਵਿਆਖਿਆ ਇਉਂ ਕਈ ਕਰਨਗੇ, ਇਹਦਾ ਮਤਲਬ ਫਿਰ ਰੱਬ ਨੂੰ ਦੋਸ਼ ਦਈਏ ਕਿ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜੀ ਤੂੰ ਗਲਤ ਰਸਤੇ ਆਪ ਲਾਇਆ ਹੋਇਆ ਹੈ। ਇਉਂ ਕਹਿ ਲਓ ਜਿਸ ਮਨੁੱਖ ਨੂੰ ਇਹ ਨਹੀਂ ਸਮਝ ਆਈ ਕਿ ਮੇਰਾ ਜੀਵਨ ਕਾਹਦੇ ਵਾਸਤੇ, ਇਉਂ ਕਹਿ ਲਓ ਜਿਹੜਾ ਇਸ ਪੌੜੀ ਤੋਂ ਥੜਕ ਗਿਆ। ਮਹਾਰਾਜ ਕਹਿੰਦੇ ਜਿਹੜਾ ਜੀਵਨ ਤੋਂ ਥੜਕ ਗਿਆ, ਦੱਸੋ ਕਿੱਥੇ ਹੱਥ ਪਾਏ, ਉਹ ਆਸਰਾ ਕਿਹਦਾ ਲਏ, ਸਹਾਰਾ ਕਿਹਦਾ ਲਏ। ਕਿਉਂਕਿ ਇੰਨੀ ਵਿਆਖਿਆ ਜਦੋਂ ਹੋ ਰਹੀ, ਇੰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਰ-ਬਾਰ ਜੀਵ ਨੂੰ ਸਮਝਾਇਆ ਜਾ ਰਿਹਾ, ਇੰਨਾ ਸਮਝਾਉਣ ਦੇ ਬਾਵਜੂਦ ਵੀ ਜੇ ਨਹੀਂ ਸਮਝਦਾ ਤੇ ਮਹਾਰਾਜ ਕਹਿੰਦੇ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ। ਮਹਾਰਾਜ ਕਹਿੰਦੇ ਉੱਥੇ ਗੁਰੂ ਕੀ ਕਰੇ ਜਦੋਂ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਜੀਵ ਤੂੰ ਸਮਝਦਾ ਨਹੀਂ ਹੈ। ਇੱਥੇ ਮਹਾਰਾਜ ਕਹਿੰਦੇ ਜਿਹੜਾ ਭੁੱਲ ਗਿਆ, ਤੇ ਭੁੱਲੇ ਕਿਵੇਂ ਆ, 12 ਮਾਹ ਦੀ ਬਾਣੀ ਦਾ ਜਦੋਂ ਗੁਰਮੁਖੋਂ ਪਾਠ ਹੁੰਦਾ ਹੈ ਨਾ, ਤੇ ਪਹਿਲੀ ਤੋਕੀ ਵੇਖੋ ਮਹਾਰਾਜ ਦੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਉੱਥੇ ਮਹਾਰਾਜ ਰੱਬ ਨੂੰ ਨਹੀਂ ਕਹਿ ਰਹੇ, ਮਹਾਰਾਜ ਕਹਿੰਦੇ ਹੇ ਪ੍ਰਮਾਤਮਾ ਵਾਹਿਗੁਰੂ ਮੈਂ ਆਪਣੇ ਕਰਮਾਂ ਕਰਕੇ ਭੁੱਲ ਗਿਆ। ਇਹਨੂੰ ਅਸੀਂ ਇਉਂ ਲੈਣਾ, ਹੇ ਵਾਹਿਗੁਰੂ ਪ੍ਰਮਾਤਮਾ ਮੈਂ ਆਪਣੇ ਕਰਮਾਂ ਕਰਕੇ ਭੁੱਲ ਗਿਆ, ਵਿਛੜ ਗਿਆ ਹਾਂ। ਤੇ ਮਹਾਰਾਜ ਕਹਿੰਦੇ ਜਿਹੜਾ ਭੁੱਲ ਗਿਆ ਹੈ ਗੁਰੂ ਦੇ ਦਰ ਦੇ ਉੱਤੇ ਆ ਸਕਦਾ ਹੈ, ਆਪਣੀ ਭੁੱਲ ਬਖਸ਼ਾਏ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਬਸ ਇੰਨੀ ਬੇਨਤੀ ਆ ਕੇ ਕਰ ਦੇਵੇ ਕਿ ਵਾਹਿਗੁਰੂ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ। ਪਰਮਾਤਮਾ ਵਾਹਿਗੁਰੂ ਜੀ ਮੈਂ ਭੁੱਲ ਗਿਆ। ਮਹਾਰਾਜ ਕਹਿੰਦੇ ਜਿਹੜਾ ਭੁੱਲਿਆ ਉਹ ਹੱਥ ਕਿੱਥੇ ਪਾਏ, ਭਾਵ ਕਿ ਉਹਨੂੰ ਟਿਕਾਣਾ ਕਿਹੜਾ ਮਿਲੇ, ਆਸਰਾ ਤੇ ਸਹਾਰਾ ਕਿਹੜਾ ਮਿਲੇ। ਜਿਹੜਾ ਜੀਵ ਇੱਕ ਵਾਰ ਜ਼ਿੰਦਗੀ ਤੋਂ ਥੜਕ ਗਿਆ, ਭੁੱਲ ਗਿਆ, ਮਹਾਰਾਜ ਕਹਿੰਦੇ ਕਿੱਥੇ ਹੱਥ, ਕਿਹਦਾ ਹੱਥ ਪਕੜੇ, ਕਿਹਦੇ ਕੋਲ ਜਾਵੇ। ਫਿਰ ਮਹਾਰਾਜ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ, ਇੱਕ ਦਰ ਹੈ ਜਿੱਥੇ ਆ ਕੇ ਆਪਣੀ ਭੁੱਲ ਬਖਸ਼ਾ ਕੇ ਫਿਰ ਉਹ ਗੁਰੂ ਦੇ ਮਾਰਗ ਤੇ ਚੱਲ ਸਕਦਾ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਿਸ ਆਪ ਭਲਾਏ ਸੋ ਕਿੱਥੇ ਹੱਥ ਪਾਏ, ਪੂਰਬ ਲਿਖਿਆ ਸੋ ਮਿਟਣਾ ਨਾ ਜਾਏ। ਜੀਵ ਤੇਰੇ ਆਪਣੇ ਕੀਤੇ ਕਰਮਾਂ ਕਰਕੇ ਤੂੰ ਦੂਰ ਹੋਇਆ ਹੈ। ਤੇ ਮਹਾਰਾਜ ਕਹਿੰਦੇ ਇਸ ਨੂੰ ਮੇਟਿਆ ਨਹੀਂ ਜਾ ਸਕਦਾ। ਤੇ ਹੁਣ ਗੁਰਮੁਖੋ ਅਗਲੀ ਗੱਲ ਨਾਲ ਹੀ, ਜਿਹਨੂੰ ਮੇਟਿਆ ਨਹੀਂ ਜਾ ਸਕਦਾ, ਫਿਰ ਬੰਦਾ ਸਵਾਲ ਕਰਦਾ ਹੈ ਕਿ ਜੇ ਕਰਮ ਲਿਖੇ ਹੋਏ ਮਿਟਦੇ ਨਹੀਂ, ਫਿਰ ਗੁਰੂ ਦਰ ਤੇ ਆਉਣ ਦਾ ਕੀ ਫਾਇਦਾ, ਫਿਰ ਬਾਣੀ ਪੜ੍ਹਨ ਦਾ, ਨਾਮ ਸਿਮਰਨ ਦਾ ਕੀ ਲਾਭ ਹੈ ਜੇ ਇਹਨਾਂ ਕਰਮਾਂ ਨੇ ਮਿਟਣਾ ਹੀ ਨਹੀਂ। ਇਸ ਸਟੇਜ ਤੋਂ ਬੜੇ ਬੜੇ ਵਿਦਵਾਨ ਆਪ ਜੀ ਨੂੰ ਵਿਆਖਿਆ ਕਰਕੇ ਦੱਸਦੇ ਨੇ, ਕਈ ਵਾਰ ਉਦਾਹਰਨਾਂ ਦਿੱਤੀਆਂ ਹੋਣਗੀਆਂ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਹ ਸਵਾਲ ਆਇਆ, ਮਹਾਰਾਜ ਮਿਟਣਾ ਹੀ ਨਹੀਂ ਕਰਮ, ਤੇ ਫਿਰ ਕਾਹਦੇ ਵਾਸਤੇ ਸਤ ਸੰਗਤ, ਕਾਹਦੇ ਵਾਸਤੇ ਬਾਣੀ। ਮਹਾਰਾਜ ਕਹਿੰਦੇ ਨੇ ਕਿ ਮੋਹਰ ਕਰਕੇ ਕਹਿੰਦੇ ਨੇ ਕਿ ਇਹਦੇ 'ਤੇ ਲਿਖਿਆ ਕੀ ਹੈ। ਕਹਿੰਦਾ ਮਹਾਰਾਜ ਪੜ੍ਹਿਆ ਨਹੀਂ ਜਾ ਰਿਹਾ। ਤੇ ਉਸੇ ਨੂੰ ਮਹਾਰਾਜ ਕਾਗਜ਼ ਤੇ ਲਾ ਕੇ ਜਦੋਂ ਉਹਦੇ ਸਾਹਮਣੇ ਕਰਦੇ, ਕਹਿੰਦਾ ਮਹਾਰਾਜ ਆਪ ਜੀ ਦਾ ਮੁਬਾਰਕ ਨਾਮ ਹੈ। ਤੇ ਮਹਾਰਾਜ ਕਹਿੰਦੇ ਪਹਿਲਾਂ ਕਿਉਂ ਨਹੀਂ ਪੜ੍ਹਿਆ ਗਿਆ, ਅੱਖਰ ਤੇ ਉਹੀ ਨੇ। ਮਹਾਰਾਜ ਪਹਿਲਾਂ ਪੁੱਠੀ ਸੀ ਮਹਾਰਾਜ ਉਹ ਲਿਖਿਆ ਹੋਇਆ, ਮੈਂ ਇਸ ਕਰਕੇ ਉਸ ਨੂੰ ਪੜ੍ਹ ਨਹੀਂ ਸਕਿਆ। ਮਹਾਰਾਜ ਕਹਿੰਦੇ ਮੈਂ ਅੱਖਰ ਤਾਂ ਨਹੀਂ ਬਦਲੇ। ਤੁਸੀਂ ਦੇਖੋ ਮਹਾਰਾਜ ਕਹਿੰਦੇ ਅੱਖਰ ਉਹੀ ਨੇ। ਤੇ ਗੁਰਮੁਖੋ ਜਦੋਂ ਸਿੱਧੇ ਰੂਪ ਵਿੱਚ ਹੋ ਗਏ ਤੇ ਪੜ੍ਹੇ ਗਏ, ਇਹਦਾ ਮਤਲਬ ਜਿਹੜੇ ਕਰਮ ਨੇ ਸਾਡੇ, ਜਦੋਂ ਗੁਰੂ ਚਰਨਾਂ 'ਚ ਆਉਂਦੇ ਆ ਤੇ ਇੱਕੋ ਇੱਕ ਗੁਰੂ ਦਾ ਦਰ ਹੈ। ਇਉਂ ਕਹਿ ਲਓ ਜਿੱਥੇ ਆ ਕੇ ਖੋਟ ਰੱਖੀ ਜਾਂਦੀ ਹੈ ਤੇ ਨਰੋਈ ਚੀਜ਼ ਅਸੀਂ ਲੈ ਕੇ ਤੁਰ ਜਾਂਦੇ ਹਾਂ। ਆਪਣੇ ਖੋਟੇ ਕਰਮ, ਆਪਣੀ ਭੈੜੀ ਬੁੱਧੀ ਮਤ ਰੱਖ ਕੇ ਤੁਰ ਜਾਂਦੇ ਤੇ ਗੁਰੂ ਕੋਲੋਂ ਸਮੱਤ ਲੈ ਕੇ ਜਾਂਦੇ ਆ। ਮਹਾਰਾਜ ਕਹਿੰਦੇ ਹਾਂ ਇੱਕ ਦਰ ਹੈ, ਜਿਹੜੇ ਦਰ ਦੇ ਉੱਤੇ ਤੂੰ ਆ ਜਾਏ ਤੇ ਮਹਾਰਾਜ ਕਹਿੰਦੇ ਤੇਰੇ ਉਹ ਪੂਰਬਲੇ ਕਰਮ ਭਾਵੇਂ ਜਿੰਨੇ ਵੀ ਨੇ। ਮੈਂ ਪਹਿਲਾਂ ਉਦਾਹਰਨਾਂ ਦਿੱਤੀਆਂ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸ਼ਬਦ ਦੀਆਂ, ਜਿਹਦੇ ਵਿੱਚ ਅਜਾ ਮਲ ਗਣਕਾ ਦੀਆਂ ਉਦਾਹਰਨਾਂ ਮਾਰਨ ਲਈਆਂ
ਕੀ ਉਹਨਾਂ ਦਾ ਭਲਾ ਨਹੀਂ ਹੋਇਆ? ਮਹਾਰਾਜ ਨੇ ਕਿ ਜਿਨ੍ਹਾਂ ਨੂੰ ਜਗਤ ਪਾਪੀ ਕਹਿ ਰਿਹਾ, ਗੁਰੂ ਦੇ ਨਾਮ ਨੇ ਉਹਨਾਂ ਨੂੰ ਭਗਤ ਬਣਾ ਦਿੱਤਾ। ਇੱਥੇ ਮਹਾਰਾਜ ਕਹਿ ਰਹੇ ਨੇ ਕਿ ਗੁਰਮੁਖੋ, ਉਹ ਜਿਹੜਾ ਨਾਮ ਮਿਟਣਾ ਜਾਏ ਹੈ ਨਾ, ਉਹ ਗੁਰੂ ਦੇ ਦਰ ਦੇ ਉੱਤੇ ਆ ਕੇ ਮੇਟਿਆ ਜਾ ਸਕਦਾ ਹੈ, ਜਿਹਨੂੰ ਇਸ ਨੂੰ ਸਮਝ ਆ ਗਈ। ਜਿਨ ਸਤਿਗੁਰ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਵਣਿਆ। ਅਗਲੀ ਤੁਕ 'ਚ ਤੇ ਮਹਾਰਾਜ ਨੇ ਕਮਾਲ ਹੀ ਕਰ ਦਿੱਤੀ। ਅਗਲੀ ਤੁਕ 'ਚ ਮਹਾਰਾਜ ਕਹਿੰਦੇ ਨੇ ਕਿ ਜਿਹਨੂੰ ਸਤਿਗੁਰੂ ਮਿਲ ਪਿਆ, ਜਿਹੜੇ ਆਪਣੇ ਗੁਰੂ ਨਾਲ ਮਿਲ ਗਏ, ਮਿਲਾਪ ਹੋ ਗਿਆ ਆਪਣੇ ਸਤਿਗੁਰੂ ਦਾ, ਮਹਾਰਾਜ ਕਹਿੰਦੇ ਵੱਡਿਆਂ ਭਾਗਾਂ ਵਾਲੇ ਬਣ ਗਏ। ਤੇ ਪੂਰੇ ਕਰਮ, ਇੱਥੇ ਕਰਮ ਦਾ ਅਰਥ ਹੈ ਬਖਸ਼ਿਸ਼। ਮਹਾਰਾਜ ਕਹਿੰਦੇ ਬਖਸ਼ਿਸ਼ ਦੇ ਰਾਹੀਂ ਪਰਮਾਤਮਾ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ। ਪਹਿਲੀਆਂ ਤੁਕਾਂ 'ਚ ਮਹਾਰਾਜ ਨੇ ਕਿਹਾ ਵੀ ਉਹ ਭੁੱਲ ਗਿਆ, ਜੀਵ ਜਾਵੇ ਕਿੱਥੇ, ਪੂਰਬਲਾ ਕਰਮ ਹੈ, ਮੇਟਿਆ ਨਹੀਂ ਜਾ ਸਕਦਾ। ਅਗਲੀ ਤੁਕ 'ਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮਿਟ ਸਕਦਾ ਹੈ। ਕਿਵੇਂ? ਜਿਨ ਸਤਿਗੁਰ ਮਿਲਿਆ, ਜਿਨ੍ਹਾਂ ਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ, ਮਿਲ ਗਏ ਆਪਣੇ ਸਤਿਗੁਰੂ ਦੇ ਨਾਲ, ਮਹਾਰਾਜ ਕਹਿੰਦੇ ਅਗਲੀ ਗੱਲ ਉਹ ਵਡਭਾਗੀ ਬਣ ਗਏ। ਮਹਾਰਾਜ ਦਾ ਬਚਨ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਗੁਰੂ ਦੀ ਇਹੀ ਤੇ ਵਡਿਆਈ ਹੈ, ਗੁਰੂ ਦੀ ਇਹੀ ਤੇ ਉਪਮਾ ਹੈ, ਜਿਹਨੂੰ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਪਿਆਰਿਓ, ਪਰਮਾਤਮਾ ਵਾਹਿਗੁਰੂ ਤੇ ਗੁਰੂ ਦੇ ਵਿੱਚ ਅੰਤਰ ਕੋਈ ਨਹੀਂ। ਗੁਰੂ ਇੰਨੀ ਬਖਸ਼ਿਸ਼ ਜੀਵ ਦੇ ਉੱਤੇ ਵਰਤਾ ਦਿੰਦਾ ਹੈ ਕਿ ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ, ਪਸ਼ੂ ਪ੍ਰੇਤ ਮੁਗਧ ਪੈ ਸਰੋਤੇ, ਹਰ ਨਾਮਾ ਮੁਖ ਗਾਇਆ, ਪੂਰੇ ਗੁਰ ਕੀ ਦੇਖ ਵਡਾਈ। ਆ ਹੈ ਪੂਰੇ ਗੁਰੂ ਦੀ ਵਡਿਆਈ, ਜਿਹਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਮਿਲ ਪਿਆ। ਭੱਟ ਸਾਹਿਬਾਨ ਜਦੋਂ ਆਏ ਨਾ ਸਤਿਗੁਰੂ ਦੇ ਚਰਨਾਂ ਵਿੱਚ, ਕਹਿੰਦੇ ਮਹਾਰਾਜ 1 ਸਾਲ ਦਾ ਸਮਾਂ ਲੰਘ ਗਿਆ, ਸੱਚੇ ਪਾਤਸ਼ਾਹ ਮਿਲੇ ਵੀ ਬਹੁਤ, ਪਰ ਅੰਦਰ ਦਾ ਟਿਕਾਊ ਨਹੀਂ ਸੀ ਕਦੀ ਮਿਲਦਾ, ਅੰਦਰ ਨੂੰ ਸ਼ਾਂਤੀ ਨਹੀਂ ਸੀ ਮਿਲਦੀ। ਮਹਾਰਾਜ ਤੁਹਾਡੇ ਚਰਨ ਆ ਕੇ ਪਰਸੇ ਨੇ, ਤੁਸੀਂ ਤਾਂ ਕਿਰਪਾ ਕਰਤੀ, ਪਰਮਾਤਮਾ ਨਾਲ ਹੀ ਮਿਲਾ ਦਿੱਤਾ ਜੇ। ਉੱਥੇ ਬਚਨ ਨੇ, ਰਹਿਓ ਸੰਤ ਹੋਂ ਟੋਲ, ਇਹ ਗੁਰੂ ਅਮਰਦਾਸ ਦੀ ਸਿਫਤ ਵਿੱਚ ਕਹੇ ਨੇ, ਰਹਿਓ ਸੰਤ ਹੋਂ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁਖੋਂ ਇਹ ਪੰਡਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਅੱਗੇ ਭਗਤ ਭੱਟ ਸਾਹਿਬਾਨਾਂ ਨੇ ਕਿਹਾ, ਹਰ ਨਾਮ ਛੋੜ ਦੂਜੇ ਲੱਗੇ ਤਿੰਨ ਕੇ ਗੁਣ, ਹੋਂ ਕਿਆ ਕਹੋ ਗੁਰ ਦਈ ਮਿਲਾਇਓ ਭਿਖਿਆ। ਭੱਟ ਸਾਹਿਬਾਨ ਕਹਿੰਦੇ ਪਰਮਾਤਮਾ ਨੂੰ ਮਿਲਾ ਦਿੱਤਾ ਤੁਸੀਂ, ਤੇ ਗੁਰ ਦਈ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤੇਵਰ ਹੋ। ਇਹਦਾ ਮਤਲਬ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਕਰਦਿਆਂ ਹੋਇਆਂ ਕਿਹਾ ਸਾਨੂੰ ਸਤਿਗੁਰੂ ਮਿਲ ਗਿਆ। ਭੱਟ ਸਾਹਿਬਾਨਾਂ ਨੇ ਕਿਹਾ ਕਿ ਪਿਆਰਿਓ, ਜਿੰਨੀ ਦੇਰ ਗੁਰੂ ਦਾ ਮਿਲਾਪ ਨਹੀਂ, ਉਨੀ ਦੇਰ ਅਸੀਂ ਭਟਕਦੇ ਰਹੇ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭ੍ਰਮਤੇ ਫਿਰਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂੜ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਉਹਨਾਂ ਨੇ ਕਿਹਾ ਅਸੀਂ ਭਟਕਦੇ ਰਹੇ। ਤਤ ਵਿਚਾਰ ਯਹ ਮਤਰਾ ਜਗ ਤਾਰਨ ਕੋ, ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਮਹਾਰਾਜ ਕਹਿੰਦੇ ਆਹ ਮੇਟਣ ਦੀ ਗੱਲ ਤੂੰ ਛੱਡ, ਪਰਮਾਤਮਾ ਤੈਨੂੰ ਗਰਭ ਜੂਨੀ ਤੋਂ ਵੀ ਬਚਾ ਲਏਗਾ। ਇੱਥੇ ਮਹਾਰਾਜ ਕਹਿ ਰਹੇ ਨੇ, ਜਿਨ ਸਤਿਗੁਰ, ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਸੇ ਵਡਭਾਗੀ, ਪੂਰੇ ਕਰਮ ਮਿਲਾਵਣਿਆ, ਬਖਸ਼ਿਸ਼ ਤੋਂ ਕੰਤ ਦਾਸ ਹੋ ਗਿਆ। ਪਤੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਮਹਾਰਾਜ ਗੁਰੂ ਅਮਰਦਾਸ ਕਿਰਪਾ ਕਰ ਰਹੇ ਨੇ। ਕੰਤ ਵਿਸਾਰੀ ਅਵਗੁਣ ਮੁਤੀ, ਅਵਗੁਣਾਂ ਦੇ ਵਿੱਚ ਜੀਵ ਰੂਪੀ ਇਸਤਰੀ ਫਸ ਗਈ ਤੇ ਪਰਮਾਤਮਾ ਕੰਤ ਵਿਸਾਰ ਦਿੱਤਾ। ਜਿਹਨੂੰ ਰਹਾਉ ਵਾਲੀ ਤੁਕ ਵਿੱਚ ਕਹਿੰਦੇ ਵਿਸਾਰਨਾ ਨਹੀਂ, ਜਿਨ੍ਹਾਂ ਨੇ ਵਿਸਾਰਿਆ ਮਹਾਰਾਜ ਕਹਿੰਦੇ ਉਹ ਅਵਗੁਣਾਂ ਵਿੱਚ ਫਸ ਗਏ। ਉਹਨਾਂ ਤੋਂ ਕੁਰਬਾਨ ਇਸ ਕਰਕੇ ਜਾਣਾ ਕਿਉਂਕਿ ਮਹਾਰਾਜ ਕਹਿੰਦੇ ਨਾਮ ਨਾਲ ਜੁੜ ਜੁੜ ਕੇ ਉਹ ਅਵਗੁਣਾਂ ਤੋਂ ਬਚ ਗਏ ਨੇ। ਇੱਥੇ ਮਹਾਰਾਜ ਕਹਿੰਦੇ ਨੇ, ਕੰਤ ਵਿਸਾਰੀ ਅਵਗੁਣ ਮੁਤੀ, ਅਣ ਦਿਨ ਸਦਾ ਫਿਰੈ ਬਿਲ ਲਾਂਦੀ, ਬਿਨ ਪਿਰ ਨੀਂਦ ਨਾ
ਪਾਵਣਿਆ। ਮਹਾਰਾਜ ਨੀਂਦ ਅਰਥ ਹੋ ਗਿਆ ਆਤਮਿਕ ਖੇੜਾ, ਆਤਮਿਕ ਆਨੰਦ, ਆਤਮਿਕ ਸ਼ਾਂਤੀ। ਮਹਾਰਾਜ ਕਿਰਪਾ ਕਰੇ ਨੇ ਭਾਈ ਸਦਾ ਬਿਲ ਲਾਂਦੀ ਦਾ ਮਤਲਬ ਵਿਰਲਾਪ ਕਰ ਰਹੀ ਹੋ ਜੀਵ ਰੂਪੀ ਇਸਤਰੀ। ਹੁਣ ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਤੇ ਗੁਰਮੁਖੋ ਵਿਰਲਾਪ ਹੀ ਹੈ ਨਾ, ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਤਾਂ ਦੁੱਖ ਹੀ ਹੈ ਨਾ। ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਕਹਿੰਦੇ ਨੇ ਕਿ ਜੇ ਪਰਮਾਤਮਾ ਵਾਹਿਗੁਰੂ ਭੁੱਲ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਦੁੱਖਾਂ ਦਾ ਕਾਰਨ ਇਹੀ ਬਣਦਾ ਹੈ। ਕਿਰਤ ਕਰਮ ਕੇ ਵਿਛੜੇ, ਜਾਂ ਮਹਾਰਾਜ ਕਹਿੰਦੇ ਨੇ ਭਾਈ ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ, ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮਹਾਰਾਜ ਕਹਿੰਦੇ ਦੁੱਖਾਂ ਦਾ ਕਾਰਨ ਪਰਮਾਤਮਾ ਦਾ ਨਾਮ ਨੂੰ ਭੁੱਲਣਾ ਹੈ। ਇੱਥੇ ਮਹਾਰਾਜ ਕਹਿੰਦੇ ਸਦਾ ਬਿਲ ਲਾਉਂਦੇ ਨੇ ਉਹ ਜੀਵ, ਵਿਰਲਾਪ ਕਰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ। ਤੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਆਤਮਿਕ ਖੇੜਾ ਸ਼ਾਂਤੀ ਨਹੀਂ ਮਿਲ ਸਕਦੀ। ਪੇਈੜੈ ਸੁਖਦਾਤਾ ਜਾਤਾ, ਪੇਈੜ ਦਾ ਮਤਲਬ ਫਿਰ ਉਹੀ ਆ ਗਿਆ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਇਸ ਜੀਵਨ ਵਿੱਚ ਪਰਮਾਤਮਾ ਦੇ ਨਾਮ ਨਾਲ ਸਾਂਝ ਪੈ ਲਈ, ਗੁਰੂ ਨੂੰ ਜਾਣ ਲਿਆ, ਸੁਖਦਾਤਾ ਪਰਮਾਤਮਾ, ਜਾਤਾ ਦਾ ਮਤਲਬ ਸਾਂਝ ਪਾ ਲਈ, ਪਹਿਚਾਣ ਕਰ ਲਈ ਸੁੱਖਾਂ ਦੇ ਦਾਤਾ ਪਰਮਾਤਮਾ ਨਾਲ। ਹਉਮੈ ਮਹਾਰਾਜ ਕਹਿੰਦੇ ਨੇ ਰੋਗ, ਹਉਮੈ ਮਾਰ ਗੁਰ ਸ਼ਬਦ ਪਛਾਤਾ। ਮਹਾਰਾਜ ਕਹਿੰਦੇ ਨੇ ਕਿ ਪੇਈੜੇ ਜਿਨ੍ਹਾਂ ਨੇ ਇਸ ਜੀਵਨ ਵਿੱਚ ਪਰਮਾਤਮਾ ਨਾਲ ਗੁਰੂ ਨਾਲ ਸਾਂਝ ਪਾ ਲਈ ਤੇ ਹਉਮੈ ਨੂੰ ਆਪਣੇ ਅੰਦਰੋਂ ਮਿਟਾ ਦਿੱਤਾ ਤੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ। ਇਹਦਾ ਮਤਲਬ ਹੋ ਗਿਆ ਹਉਮੈ ਮਿਟ ਗਈ ਤੇ ਪਰਮਾਤਮਾ ਦਾ ਨਾਮ ਮਿਲ ਗਿਆ, ਕਿਉਂਕਿ ਦੋਨੋਂ ਇੱਕ ਜਗ੍ਹਾ ਤੇ ਨਹੀਂ ਰਹਿ ਸਕਦੀਆਂ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਮਹਾਰਾਜ ਕਹਿੰਦੇ ਜਿੱਥੇ ਹਉਮੈ ਉੱਥੇ ਨਾਮ ਕਿੱਥੇ। ਇੱਥੇ ਮਹਾਰਾਜ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਸੁੱਖਾਂ ਦੇ ਦਾਤੇ ਪਰਮਾਤਮਾ ਨੂੰ ਹਿਰਦੇ 'ਚ ਵਸਾ ਲਿਆ, ਹਉਮੈ ਦਾ ਰੋਗ ਅੰਦਰੋਂ ਚਲਿਆ ਗਿਆ, ਕਿਉਂਕਿ ਗੁਰੂ ਦੇ ਸ਼ਬਦ ਨਾਲ ਸਾਂਝ ਪੈ ਗਈ। ਮਹਾਰਾਜ ਕਹਿੰਦੇ ਸੇਜ ਸੁਹਾਵੀ ਸਦਾ ਫਿਰ ਰਾਵੈ, ਸਦਾ ਉਹ ਜੀਵ ਰੂਪੀ ਇਸਤਰੀ ਪ੍ਰਭੂ ਪਰਮਾਤਮਾ ਦੀ ਬਖਸ਼ੀ ਹੋਈ ਹਿਰਦੇ ਰੂਪੀ ਸੇਜਾ ਤੇ ਆਨੰਦ ਮਾਣਦੀ। ਸੱਚ ਸ਼ਿੰਗਾਰ ਬਣਾਵਣਿਆ, ਉਹਦਾ ਸ਼ਿੰਗਾਰ ਜਿਹੜਾ ਨਾ, ਸਾਧ ਸੰਗਤ ਸ਼ਿੰਗਾਰ ਦੇ ਜਦੋਂ ਅਰਥ ਵਿਦਵਾਨ ਕਰਦੇ ਆ, ਅਸੀਂ ਬਾਹਰੀ ਤੌਰ ਤੇ ਜੋ ਕੁਝ ਕਰ ਰਹੇ ਹਾਂ ਇਹਨੂੰ ਸ਼ਿੰਗਾਰ ਰੂਪ ਵਿੱਚ ਕਿਹਾ ਜਾਂਦਾ ਹੈ। ਉਹੀ ਪਰਮਾਤਮਾ ਨੂੰ ਸ਼ਿੰਗਾਰ ਭਾਉਂਦਾ ਹੈ ਜਿਹੜਾ ਸ਼ਿੰਗਾਰ ਗੁਰੂ ਨੂੰ ਭਾ ਜਾਏ, ਪਰਮਾਤਮਾ ਨੂੰ ਭਾ ਜਾਂਦਾ ਹੈ। ਸ਼ਿੰਗਾਰ ਦਾ ਅਰਥ ਜੇ ਅਸੀਂ ਐਵੇਂ ਵੀ ਕਰਨਾ ਹੋਵੇ ਤੇ ਗੁਰਮੁਖੋ ਜਿਵੇਂ ਇੱਕ ਇਸਤਰੀ ਪਤੀ ਨੂੰ ਰਜ਼ਾਉਣ ਦੇ ਲਈ ਬਾਹਰੀ ਤੌਰ ਤੇ ਸ਼ਿੰਗਾਰ ਕਰੇ ਪਰ ਉਹਦਾ ਹੁਕਮ ਨਾ ਮੰਨੇ ਤੇ ਉਹਦੇ ਸ਼ਿੰਗਾਰ ਕੀਤੇ ਹੋਏ ਕੀ ਲਾਭ ਰੱਖਦੇ ਨੇ, ਕੀ ਫਾਇਦਾ ਉਹਨਾਂ ਦਾ। ਜਿਹੜਾ ਜੀ ਬਾਹਰੀ ਤੌਰ ਤੇ ਇਉਂ ਕਹਿ ਲਓ ਕਿ ਧਰਮੀ ਮੇਰੇ ਵਾਂਗੂ ਵਿਖਾਵਾ ਤੇ ਕਰੇ ਪਰ ਗੁਰੂ ਦਾ ਹੁਕਮ ਨਾ ਮੰਨੇ ਤੇ ਉਹਦੇ ਬਣਾਏ ਹੋਏ ਸ਼ਿੰਗਾਰਾਂ ਦਾ ਲਾਭ ਕੀ ਹੈ। ਬਾਬਾ ਫਰੀਦ ਸਾਹਿਬ ਦਾ ਬਚਨ ਯਾਦ ਆ ਗਿਆ। ਉਹਨਾਂ ਨੇ ਕਿਹਾ ਜੇ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਨਾ ਤੇ ਫਿਰ ਭੈਣ ਇੱਕ ਕੰਮ ਕਰੀ, ਆ ਸ਼ਿੰਗਾਰ ਬਣਾ ਲੈ। ਉਹ ਬਚਨ ਹੈ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿੱਤ ਵਸ ਆਵੈ ਕੰਤ। ਤੇ ਵੇਸ ਦਾ ਅਰਥ ਵੀ ਸ਼ਿੰਗਾਰ ਹੀ ਹੈ ਨਾ। ਕਿਹੜਾ ਲਿਬਾਸ ਬਣਾਵਾਂ, ਕਿਹੜਾ ਸ਼ਿੰਗਾਰ ਕਰਾਂ। ਅਗਲੀ ਤੁਕ ਵਿੱਚ ਉਦਾਹਰਨ ਦੇ ਕੇ ਤੇ ਕਹਿੰਦੇ ਨੇ ਆਹ ਕਰ ਲੈ ਪਰਮਾਤਮਾ ਮਿਲ ਜਾਏਗਾ। ਨਿਮਣ ਸੋ ਅੱਖਰ ਖਮਣ ਗੁਣ ਜੇਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਆਹ ਸ਼ਿੰਗਾਰ ਕਰ ਲੈ ਤਾਂ ਵਸ ਆਵੀ ਕੰਤ। ਕਹਿੰਦੇ ਪਰਮਾਤਮਾ ਮਿਲ ਗਿਆ। ਇੱਥੇ ਮਹਾਰਾਜ ਕਹਿੰਦੇ ਸਦਾ ਸੇਜ ਵਾਹਿਗੁਰੂ ਪਰਮਾਤਮਾ ਉਸ ਨੂੰ ਦੇ ਦੇਗਾ, ਹਿਰਦੇ ਰੂਪੀ ਸੇਜਾ ਦਾ ਆਨੰਦ ਬਣ ਜਾਏਗਾ ਜਿਨ੍ਹਾਂ ਨੇ ਸੱਚੇ ਪਰਮਾਤਮਾ ਨਾਲ ਆਪਣਾ ਮਨ ਜੋੜ ਲਿਆ। 184 ਜੀ ਉਪਾਏ, ਇਹ 84 ਲੱਖ ਜੋਨ ਪਰਮਾਤਮਾ ਵਾਹਿਗੁਰੂ ਨੇ ਬਣਾਈ ਜਿਹਦੇ ਵਿੱਚ ਸਾਨੂੰ ਉੱਤਮ ਬਣਾਇਆ। 184 ਜੋਨ ਸੁਭਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ ਮਨੁੱਖਾ ਦੇਹੀ ਮਹਾਨ। ਇੱਥੇ ਮਹਾਰਾਜ ਕਹਿੰਦੇ 84 ਲੱਖ ਜੂਨ ਪਰਮਾਤਮਾ ਨੇ ਬਣਾਈ ਹੈ, ਜਿਸ ਨੂੰ ਨਦਰ ਕਰੇ ਮਹਾਰਾਜ ਕਹਿੰਦੇ ਤਿਸ ਗੁਰੂ ਮਿਲਾਏ। ਜਿਹਦੇ ਤੇ ਨਦਰ ਕਰ ਦੇਵੇ ਪਰਮਾਤਮਾ ਵਡਭਾਗੀ ਹੋ ਆਪ ਜੀ, ਗੁਰੂ ਚਰਨਾਂ 'ਚ ਬੈਠੇ ਹੋ। ਮਹਾਰਾਜ ਕਿ ਉਹਦੀ ਨਦਰ ਤੋਂ ਬਿਨਾਂ ਕਿੱਥੇ ਸਤਿਗੁਰੂ ਮਿਲਦਾ ਹੈ। ਕਿਲ ਵਿਖ ਕਾਟ ਸਦਾ ਜਨ, ਕਿਲ ਵਿਖ ਕਾਟ। ਮਹਾਰਾਜ ਕਹਿੰਦੇ ਕਿਲ ਵਿਖ ਦਾ ਅਰਥ ਹੋ ਗਿਆ ਪਾਪ ਕੱਟੇ ਜਾਂਦੇ ਨੇ। ਸਦਾ ਜਨ ਨਿਰਮਲ, ਉਸ ਜੀਵ ਸਦਾ ਮੈਲ ਤੋਂ ਰਹਿਤ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਸੱਚੇ ਨਾਮ ਸੁਹਾਵਣਿਆ। ਸੱਚੇ ਵੇਖੋ ਸਾਰੇ ਸ਼ਬਦ ਵਿੱਚ ਨਾਮ ਦੀ ਵਡਿਆਈ ਬਾਰ-ਬਾਰ ਆ ਰਹੀ। ਸੱਚੇ ਨਾਮ ਦੇ ਵਿੱਚ ਉਹਨੂੰ ਸ਼ੋਭਾ ਮਾਨ ਇੱਜ਼ਤ ਵਡਿਆਈ ਮਿਲੇਗੀ। ਲੇਖਾ ਮੰਗੈ ਤਾਂ ਕਿਨ ਦੀਐ। ਹੇ ਜੀਵ ਜੇ ਤੂੰ ਕਹਿ ਲੈਣਾ ਕਿ ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕਰਕੇ ਇੰਨੀਆਂ ਮਾਲਾ ਫੇਰ ਕੇ ਤੇ ਮੈਂ ਤਾਂ ਲੇਖਾ ਦੇ ਦੇਣਾ ਕਿਉਂਕਿ ਮੈਂ ਜਿੰਨੇ ਪਾਪ ਕੀਤੇ ਮੈਂ ਤਾਂ ਉਹਨਾਂ ਨਾਮ ਜਪ ਲਿਆ। ਮਹਾਰਾਜ ਕਹਿੰਦੇ ਜੇ ਹਿਸਾਬ ਕਿਤਾਬ ਕਰਨ 'ਚ ਆ ਗਿਆ ਤਾਂ ਛੁੱਟਿਆ ਨਹੀਂ ਜਾਣਾ ਤੇਰੇ ਕੋਲ। ਇਹ ਕਹਿ ਪਰਮਾਤਮਾ ਨੂੰ ਵਾਹਿਗੁਰੂ ਲੇਖਾ ਨਾ ਕਰੀ, ਮੇਰਾ ਹਿਸਾਬ ਕਿਤਾਬ ਨਾ ਕਰੀ। ਜੇ ਹਿਸਾਬ ਕਿਤਾਬ ਕੀਤਾ ਮੈਂ ਛੁੱਟ ਨਹੀਂ ਕਦੀ ਸਕਣਾ, ਕਿਉਂਕਿ ਅਸੀਂ ਤਾਂ ਇੰਨੇ ਜ਼ਿਆਦੇ ਭਰੇ ਪਏ ਆ ਕਿ ਜੇਤਾ ਸਮੁੰਦ ਸਾਗਰ। ਹੁਣ ਸਾਗਰ ਵਾਂਗੂ ਭਰੇ ਹੋਏ ਪਾਪ ਤੇ ਕਿਵੇਂ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕਰਕੇ ਕਹਿ ਲਾਂਗੇ ਕੱਟੇ ਜਾਣਗੇ।
ਮਹਾਰਾਜ ਕਹਿੰਦੇ ਲੇਖਾ ਨਾ, ਅਸੀਂ ਰੱਬ ਨਾਲ ਲੇਖਾ ਕਰਦੇ ਹਾਂ। ਵੈਸੇ ਬੰਦਾ ਗਿਣਤੀਆਂ ਕਰਦਾ, ਕਹਿੰਦਾ ਜੀ ਇੰਨੀਆਂ ਮਾਲਾ ਮੈਂ ਫੇਰ ਦਿੱਤੀਆਂ, ਇੰਨੇ ਮੈਂ ਪਾਠ ਕਰ ਲਏ ਨੇ, ਗਿਣਤੀਆਂ ਅਸੀਂ ਕਰਦੇ ਹਾਂ। ਰੱਬ ਜੇ ਗਿਣਤੀ ਕਰਨ ਵਿੱਚ ਆ ਗਿਆ, ਅਸੀਂ ਛੁੱਟ ਨਹੀਂ ਸਕਣਾ। ਮਹਾਰਾਜ ਕਹਿੰਦੇ ਨੇ ਜੇ ਪਰਮਾਤਮਾ ਲੇਖਾ ਮੰਗਿਆ ਤੂੰ ਛੁੱਟਣਾ ਨਹੀਂ। ਹੇ ਵਾਹਿਗੁਰੂ ਕਿਰਪਾ ਕਰ, ਅਸੀਂ ਲੇਖਾ ਜੇ ਤੂੰ ਮੰਗਿਆ ਅਸੀਂ ਉਸ ਹਿਸਾਬ ਦੇ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ। ਸੁਖ ਨਾ ਹੀ ਪੁਨ ਦੂਏ ਤੀਏ। ਮਹਾਰਾਜ ਕਹਿੰਦੇ ਉਸ ਲੇਖੇ ਤੋਂ ਹੋਰ ਬਚਾਉਣ ਵਾਲਾ ਵੀ ਕੋਈ ਨਹੀਂ, ਦੂਜਾ ਤੀਜਾ ਕੋਈ ਨਹੀਂ। ਅਸੀਂ ਤਾਂ ਛੱਡਦੇ ਫਿਰਦੇ ਆ ਨਾ ਵਾਹਿਗੁਰੂ ਪਰਮੇਸ਼ਰ ਗੁਰੂ ਦਾ ਦਰ। ਕਈ ਵਾਰ ਬੰਦਾ ਛੱਡ ਜਾਂਦਾ, ਇੱਧਰ ਉੱਧਰ ਭਟਕ ਜਾਂਦਾ। ਮਹਾਰਾਜ ਕਹਿੰਦੇ ਨਹੀਂ, ਕੋਈ ਦੂਜਾ ਹੋਰ ਹੈ ਨਹੀਂ ਜਿਹੜਾ ਤੇਰੇ ਪਾਪਾਂ ਤੋਂ ਬਚਾ ਸਕੇ, ਜਿਹੜਾ ਤੈਨੂੰ ਸੁੱਖ ਦੇ ਸਕੇ। ਦੂਜਾ ਤੀਜਾ ਕੋਈ ਨਹੀਂ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣਿਆ। ਮਹਾਰਾਜ ਕਹਿੰਦੇ ਸੱਚਾ ਪਰਮਾਤਮਾ ਹੀ ਬਖਸ਼ਣ ਵਾਲਾ ਹੈ ਤੇ ਸੱਚ ਵਿੱਚ ਮਿਲਾਉਣ ਵਾਲਾ ਵੀ ਪਰਮੇਸ਼ਰ ਆਪ ਹੀ ਹੈ। ਅਖੀਰਲਾ ਬੰਦ ਮਹਾਰਾਜ ਕਿਰਪਾ ਕਰਦੇ, ਆਪ ਕਰੇ ਤਾਂ ਆਪ ਕਰਾਏ। ਹੇ ਵਾਹਿਗੁਰੂ ਪਰਮਾਤਮਾ, ਤੁਸ ਜੀਵਾਂ ਨੂੰ ਜਿਸ ਤਰ੍ਹਾਂ ਲਾਇਆ, ਜੀਵ ਕਰ ਰਹੇ ਨੇ, ਤੇਰੇ ਲਾਏ ਹੋਏ ਜੀਵ ਇਸ ਬੰਨੇ ਨਾਮ ਵਾਲੇ ਬੰਨੇ, ਬੰਦਗੀ ਵਾਲੇ ਬੰਨੇ, ਸਤਸੰਗਤ ਵਾਲੇ ਬੰਨੇ ਜੀਵ ਲੱਗੇ ਪਏ ਨੇ। ਤੂੰ ਕਰਾ ਰਿਹਾ ਨਾ ਤੋਂ ਇਹ ਕਰਮ ਪੂਰੇ ਗੁਰ ਕੈ ਸ਼ਬਦ ਮਿਲਾਏ। ਪੂਰੇ ਗੁਰੂ ਦੇ ਸ਼ਬਦ ਰਾਹੀਂ ਮਿਲਾਪ ਹੁੰਦਾ। ਸਾਧ ਸੰਗਤ ਬਾਰ-ਬਾਰ ਪੂਰੇ ਦੀ ਗੱਲ ਕਿੰਨੀ ਗੁਰੂ ਗ੍ਰੰਥ ਸਾਹਿਬ 'ਚ ਆ ਰਹੀ ਹੈ। ਇਹਦਾ ਮਤਲਬ ਜਿੱਥੇ ਪੂਰਾ ਉੱਥੇ ਕੋਈ ਅਧੂਰਾ ਹੀ ਹੋਏਗਾ। ਮਹਾਰਾਜ ਕਹਿੰਦੇ ਕੱਚਿਆਂ ਨਾਲ ਨਾ ਜੁੜ ਜਾਈਂ ਕਿਤੇ, ਕਿਉਂਕਿ ਕੱਚਾ ਗੁਰੂ ਆਪ ਡੁੱਬੇਗਾ ਤੇ ਦੂਜਿਆਂ ਨੂੰ ਡੋਬ ਦੇਵੇਗਾ। ਮਹਾਰਾਜ ਕਹਿੰਦੇ ਸੱਚੇ ਗੁਰੂ ਨਾਲ, ਪੂਰੇ ਨਾਲ, ਬਾਰ-ਬਾਰ ਬਾਣੀ 'ਚ ਜ਼ਿਕਰ ਆਉਂਦਾ ਹੈ ਤੇ ਪੂਰੇ ਸਤਿਗੁਰੂ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਪੂਰੇ ਨੇ, ਇਹਨਾਂ ਪੂਰੇ ਨਾਲ ਜੁੜ ਕੇ ਰਹਿਣਾ। ਮਹਾਰਾਜ ਕਹਿੰਦੇ ਪੂਰੇ ਗੁਰ ਕੈ ਸ਼ਬਦ ਮਿਲਾਏ। ਪੂਰੇ ਗੁਰੂ ਦੇ ਸ਼ਬਦ ਰਾਹੀਂ ਹੀ ਮਿਲਾਪ ਹੋ ਸਕਦਾ ਹੈ ਤੇ ਪੂਰਾ ਗੁਰੂ ਪਰਮਾਤਮਾ ਨਾਲ ਮਿਲਾਪ ਸਕਦਾ ਹੈ। ਨਾਨਕ ਨਾਮ ਮਿਲੈ ਵਡਿਆਈ, ਆਪੇ ਮੇਲ ਮਿਲਾਵਣਿਆ। ਮਹਾਰਾਜ ਨੇ ਰਹਾਉ ਵਾਲੀ ਤੁਕ ਵਿੱਚ ਜਿਹੜਾ ਭਾਵ ਲਿਆ, ਬਾਕੀ ਸ਼ਬਦ ਦੇ ਵਿੱਚ ਵਿਆਖਿਆ ਕੀਤੀ, ਅਖੀਰਲੀ ਤੁਕ ਵਿੱਚ ਵੀ ਮਹਾਰਾਜ ਨੇ ਨਾਮ ਤੇ ਆ ਕੇ ਗੱਲ ਨਿਬੇੜੀ ਹੈ। ਨਾਨਕ ਨਾਮ ਮਿਲੈ ਵਡਿਆਈ। ਨਾਮ ਵਿੱਚੋਂ ਹੀ ਸਾਰੀਆਂ ਵਡਿਆਈਆਂ ਨੇ, ਸ਼ੋਭਾ ਨੇ, ਇੱਜ਼ਤ ਹੈ, ਮਾਨ ਹੈ। ਤੇ ਮਹਾਰਾਜ ਕਹਿੰਦੇ ਉਹ ਮਿਲਾਉਣ ਵਾਲਾ ਵੀ ਆਪ ਹੈ, ਮਿਲਾਪ ਕਰਨ ਵਾਲਾ ਵੀ ਆਪ ਹੀ ਹੈ। ਆਓ ਸਾਧ ਸੰਗਤ ਇੱਕ ਵਾਰ ਸਾਰੀ ਸੰਗਤ ਅਸੀਂ ਜਿੰਨੀ ਨਾਮ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਕੀਤੀ ਹੈ, ਆਓ ਝੋਲੀ ਅੱਡ ਕੇ ਦੋ ਕੁ ਤੁਕਾਂ ਸਤਿਗੁਰੂ ਦੀ ਬਾਣੀ ਦੀਆਂ ਪੜ੍ਹੀਏ। ਸਮਾਂ ਹੋ ਚੱਲਿਆ, ਆਓ ਸਾਰੀ ਸੰਗਤ ਕੋਈ ਰਸਨਾ ਵਾਂਝੀ ਨਾ ਰਹੇ। ਆਓ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਬੈਠੇ ਆ ਤੇ ਮਹਾਰਾਜ ਦੇ ਦਰ ਦੇ ਉੱਤੋਂ ਝੋਲੀ ਅੱਡ ਕੇ ਸਾਰੇ ਖੈਰ ਮੰਗੀਏ, ਜਿਹੜੀ ਅੱਜ ਸਾਰੀ ਮਹਾਰਾਜ ਨੇ ਬਾਰ-ਬਾਰ ਸ਼ਬਦ ਵਿੱਚ ਵਿਆਖਿਆ ਕੀਤੀ। ਆਓ ਇੱਕ ਵਾਰ ਸਾਰੇ ਮਿਲ ਕੇ ਤੇ ਸਾਧ ਸੰਗਤ ਜੀ ਮੰਗੀਏ ਸਤਿਗੁਰੂ ਕੋਲੋਂ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਏਹੋ, ਨਾਨਕ ਚਾਉ ਏਹੋ। ਕੋਟਾਨ ਕੋਟ ਸ਼ੁਕਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਿੰਘ ਸਾਹਿਬਾਨ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਤੇ ਸਮੁੱਚੇ ਸਿੰਘ ਸਾਹਿਬਾਨਾਂ ਦਾ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।